ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹੋਏ ਤਿਆਰ ਸ੍ਰੀ ਸਤਿਗੁਰ ਨਿਕਸੇ ਡੇਰਾ ਛੋਰ। ਸੰਗ ਨਰਿੰਦ ਆਨੰਦ ਯੁਤ ਚਲ ਅੰਤఃਪੁਰ ਔਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ ਜੋ ਕਿ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸੁਭਾਏਮਾਨ ਹੋ ਕੇ ਆਪਣੇ ਮਨੁੱਖਾ ਜੀਵਨ ਦੀਆਂ ਕੀਮਤੀ ਘੜੀਆਂ ਗੁਰੂ ਲੇਖੇ ਲਾ ਰਹੇ ਹੋ, ਆਪਣੇ ਸਵਾਸਾਂ ਨੂੰ ਸਫਲਿਆਂ ਕਰ ਰਹੇ ਹੋ। ਗੁਰੂ ਸਾਹਿਬ ਜੀ ਦੀ ਪਵਿੱਤਰ ਪਾਵਨ ਗੁਰਬਾਣੀ, ਗੁਰੂ ਸਾਹਿਬ ਜੀ ਦਾ ਇਤਿਹਾਸ ਹਰ ਰੋਜ਼ ਸਰਵਣ ਕਰਦੇ ਹੋ। ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਾਲਾ ਪ੍ਰੀਤਮ ਨੂੰ ਪਰਖਣ ਵਾਸਤੇ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਦੀ ਡਿਊਟੀ ਲਾ ਦਿੱਤੀ ਤੇ ਰਾਜੇ ਨੇ ਬਾਦਸ਼ਾਹ ਦਾ ਹੁਕਮ ਮੰਨਦਿਆਂ ਹੋਇਆਂ ਆਪਣੀਆਂ ਰਾਣੀਆਂ ਨੂੰ ਇਹ ਸਿਖਾਇਆ ਕਿ ਮੈਂ ਜਦੋਂ ਗੁਰੂ ਸਾਹਿਬ ਨੂੰ ਆਪਣੇ ਮਹਿਲਾਂ ਵਿੱਚ ਲੈ ਕੇ ਆਵਾਂਗਾ, ਬਾਕੀ ਰਾਣੀਆਂ ਹਾਰ ਸ਼ਿੰਗਾਰ ਕਰਕੇ ਸਜ ਧਜ ਕੇ ਬੈਠਣ। ਵੱਡੀ ਰਾਣੀ ਗੋਲੀਆਂ ਵਾਲੇ ਕੱਪੜੇ ਪਾ ਕੇ ਇੱਕ ਖੁੰਝੇ 'ਚ ਬੈਠੀ ਰਵੇ, ਮਨ ਵਿੱਚ ਇਹ ਫੁਰਨਾ ਕਰੇ ਕਿ ਸਤਿਗੁਰੂ ਮੇਰੀ ਗੋਦੀ 'ਚ ਬੈਠਣਗੇ ਔਰ ਮੈਨੂੰ ਪਛਾਣ ਲੈਣਗੇ। ਰਾਣੀ ਨੇ ਐਸਾ ਹੀ ਕੀਤਾ ਤੇ ਰਾਜਾ ਗੁਰੂ ਸਾਹਿਬ ਨੂੰ ਲੈਣ ਵਾਸਤੇ ਗਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਾਜੇ ਦੇ ਨਾਲ ਕਿਵੇਂ ਉਹਦੇ ਮਹਿਲਾਂ 'ਚ ਗਏ ਹਨ, ਅੱਜ ਦੀ ਇਹ ਕਥਾ ਸਰਵਣ ਕਰੀਏ, ਪ੍ਰੇਮ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹੋਏ ਤਿਆਰ ਸ੍ਰੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤਿਆਰ ਹੋ ਕਰਕੇ ਬਸਤਰ ਪਹਿਨ ਕੇ ਨਿਕਸੇ ਡੇਰਾ ਛੋਰ। ਆਪਣੇ ਡੇਰੇ ਚੋਂ ਬਾਹਰ ਨਿਕਲੇ ਹਨ। ਸੰਗ ਨਰਿੰਦ ਆਨੰਦ ਯੁਤ ਰਾਜੇ ਜੈ ਸਿੰਘ ਦੇ ਨਾਲ ਸਤਿਗੁਰੂ ਪ੍ਰਸੰਨਤਾ ਦੇ ਨਾਲ ਤੁਰੇ ਹਨ। ਚਲ ਅੰਤఃਪੁਰ ਔਰ। ਰਾਜੇ ਦੇ ਮਹਿਲਾਂ ਵਿੱਚ ਜਿੱਥੇ ਰਾਜੇ ਦਾ ਰਣਵਾਸ ਹੈ, ਰਾਣੀਆਂ ਰਹਿੰਦੀਆਂ ਨੇ, ਉਧਰ ਨੂੰ ਚੱਲ ਪਏ ਹਨ। ਚੌਪਈ ਸਾਦਰ ਬੋਲਤ ਸਤਿਗੁਰ ਸਾਥ। ਰਾਜਾ ਬੜੇ ਸਤਿਕਾਰ ਨਾਲ ਪਿਆਰ ਨਾਲ ਗੁਰੂ ਸਾਹਿਬ ਨਾਲ ਗੱਲਬਾਤ ਕਰਦਾ ਹੋਇਆ ਨਾਲ ਲਿਜਾ ਰਿਹਾ ਹੈ। ਨਗਨ ਪੈਰ ਗਮਨਤ ਨਰ ਨਾਥ। ਜੈਪੁਰ ਦਾ ਰਾਜਾ ਜੈ ਸਿੰਘ ਨੰਗੇ ਪੈਰੀਂ ਗੁਰੂ ਸਾਹਿਬ ਦੇ ਨਾਲ ਤੁਰਦਾ ਹੈ। ਸਿੰਘ ਪੌਰ ਜਬ ਹੂੰ ਚੱਲ ਆਏ। ਜਦੋਂ ਵੱਡੇ ਦਰਵਾਜ਼ੇ ਤੇ ਜਿੱਥੇ ਸ਼ੇਰ ਬਣਾਏ ਹੁੰਦੇ ਉਹਨੂੰ ਸਿੰਘ ਪੌਰ ਕਹਿੰਦੇ ਹਨ, ਉਸ ਸਿੰਘ ਦਰਵਾਜ਼ੇ ਤੇ ਸਿੰਘ ਪੌਰ ਦੇ ਉੱਤੇ ਜਦੋਂ ਆ ਗਿਆ, ਹੇਰਤ ਉਠੇ ਲੋਕ ਸਮਹਾਏ। ਰਾਜੇ ਅਤੇ ਗੁਰੂ ਸਾਹਿਬ ਨੂੰ ਵੇਖ ਕੇ ਜਿੰਨੇ ਵੀ ਰਾਜੇ ਦੇ ਮਹਿਲਾਂ ਦੇ ਬਾਹਰ ਜਾਂ ਅੰਦਰ ਲੋਕ ਸਨ, ਸਭ ਖੜੇ ਹੋ ਗਏ। ਰਾਜੇ ਕੋ ਸਭ ਮੁਜਰੋ ਕਰੈ। ਸਾਰੇ ਰਾਜੇ ਨੂੰ ਨਮਸਕਾਰਾਂ ਕਰਦੇ ਨੇ, ਸਲਾਮ ਕਰਦੇ ਨੇ, ਮੱਥਾ ਟੇਕਦੇ ਨੇ, ਰਾਜੇ ਦਾ ਸਤਿਕਾਰ ਕਰਦੇ ਨੇ। ਗੁਰ ਕੇ ਚਰਨ ਕਮਲ ਸਿਰ ਧਰੈ। ਔਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਵੀ ਸੀਸ ਰੱਖ ਕੇ ਨਮਸਕਾਰ ਕਰਦੇ ਨੇ। ਬੰਦ ਚਹੁ ਦਿਸ਼ ਤੇ ਪ੍ਰਵਿਸ਼ਾਏ। ਮਹਾਰਾਜ ਨੂੰ ਚਾਰੇ ਪਾਸਿਓਂ ਨਮਸਕਾਰਾਂ ਹੋ ਰਹੀਆਂ ਨੇ ਤੇ ਰਾਜੇ ਦੇ ਮਹਿਲਾਂ ਵਿੱਚ ਸਤਿਗੁਰੂ 8ਵੇਂ ਪਾਤਸ਼ਾਹ ਜੀ ਨੇ ਪ੍ਰਵੇਸ਼ ਕੀਤਾ ਹੈ। ਅੰਤਰ ਗਏ ਸਦਨ ਸੁਧਰਾਏ। ਬੜੇ ਸੋਹਣੇ ਮਹਿਲ ਜਿਹੜੇ ਸਵਾਰ ਕੇ ਤਿਆਰ ਕਰਕੇ ਰਾਜੇ ਨੇ ਗੁਰੂ ਸਾਹਿਬ ਦੇ ਸਵਾਗਤ ਲਈ ਬਣਾ ਸਜਾਏ ਹੋਏ ਸਨ। ਉਹਨਾਂ ਦੇ ਵਿੱਚ ਗੁਰੂ ਮਹਾਰਾਜ 8ਵੇਂ ਪਾਤਸ਼ਾਹ ਜੈ ਸਿੰਘ ਦੇ ਨਾਲ ਵੜੇ ਹਨ। ਪਿਖਿਓ ਚੌਂਕ ਚੌਕੋਨ ਸੋ ਚਾਰੂ। ਬੜਾ ਸੋਹਣਾ ਚਾਰ ਕੋਨਾ ਚੌਂਕ ਉਹਨਾਂ ਨੇ ਬਣਾ ਕੇ ਰੱਖਿਆ ਹੈ। ਚਾਰੋਂ ਦਿਸ਼ ਕਰ ਬਨੇ ਉਦਾਰੂ। ਤੇ ਚਾਰੇ ਪਾਸੇ ਬੜੀ ਸਜਾਵਟ ਕੀਤੀ ਹੋਈ ਹੈ। ਬਹੁਤ ਸੁੰਦਰ ਚੌਂਕ ਪੂਰਿਆ ਹੋਇਆ ਹੈ। ਭਾਰਤੀ ਪਰੰਪਰਾ ਦੇ ਵਿੱਚ ਇੱਕ ਵਿਸ਼ੇਸ਼ ਗੱਲ ਹੈ ਵੀ ਜਦੋਂ ਕੋਈ ਪ੍ਰੋਗਰਾਮ ਘਰ ਵਿੱਚ ਕਿਸੇ ਪ੍ਰਾਹੁਣੇ ਦਾ ਆਉਣ ਦਾ ਹੁੰਦਾ ਹੈ ਤਾਂ ਦਰਵਾਜ਼ੇ ਦੇ ਵਿੱਚ ਚੌਂਕ ਪੂਰ ਦਿੰਦੇ ਹਨ, ਭਾਵ ਆਟੇ ਨਾਲ ਜਾਂ ਕਲੀ ਨਾਲ ਜਾਂ ਇਸ ਤਰ੍ਹਾਂ ਦੀਆਂ ਸਜਾਵਟ ਵਾਲੇ ਰੰਗਾਂ ਦੇ ਨਾਲ ਬੜਾ ਸੋਹਣਾ ਚੌਂਕ ਪੂਰਿਆ ਹੈ। ਪੁਨ ਸੋ ਪਾਨਨ ਪਰਿਆ ਰੂੜੇ। ਫਿਰ ਮਹਾਰਾਜ ਪੌੜੀ ਤੇ ਚੜੇ ਨੇ। ਰਾਜੇ ਦੇ ਮਹਿਲਾਂ ਦੀਆਂ ਪੌੜੀਆਂ ਹਨ, ਦਰਵਾਜ਼ੇ ਦੇ ਵਿੱਚੋਂ ਉੱਪਰ ਨੂੰ ਚੜਦਾ ਹੈ ਰਸਤਾ, ਉਹਦੇ ਤੇ ਚੱਲੇ ਹਨ। ਮੰਦ ਮੰਦ ਸ੍ਰੀ ਗੁਰ ਗੁਣ ਗੂੜੇ। ਮਹਾਰਾਜ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਹੌਲੇ ਹੌਲੇ ਬੜੇ ਸੋਹਣੀ ਚਾਲ ਚੱਲਦੇ ਹੋਏ
ਜਿਨ੍ਹਾਂ ਦੇ ਗੁਣ ਬੜੇ ਗੂੜੇ ਹਨ, ਬਹੁਤ ਗਹਿਰ ਗੰਭੀਰ ਹਨ। 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਜੀ। ਫੂਲ ਛਰੀ ਕੋ ਚਪਲ ਕਰਨ ਤੇ ਹੱਥ ਵਿੱਚ ਇੱਕ ਫਛੜੀ ਰੱਖਿਆ ਕਰਦੇ ਸਨ ਫੁੱਲਾਂ ਦੀ, ਬੜੀ ਸੋਹਣੀ ਹੌਲੀ ਜੀ ਫੁੱਲ ਛੜੀ। ਉਹ ਮਹਾਰਾਜ ਕਦੀ ਸੱਜੇ ਹੱਥ ਵਿੱਚ ਕਰ ਲੈਂਦੇ, ਕਦੀ ਖੱਬੇ 'ਚ ਘੁਮਾਉਂਦੇ ਜਾਂਦੇ ਹਨ। ਕਬਹਿ ਪ੍ਰਮਾਏ ਉਤੰਗ ਉਠੰਤੇ ਕਦੀ ਉਸ ਨੂੰ ਉੱਪਰ ਘੁਮਾਉਂਦੇ ਹਨ, ਕਦੀ ਸੱਜੇ ਹੱਥ ਵਿੱਚ, ਕਦੀ ਖੱਬੇ ਵਿੱਚ। ਮੰਦਰ ਸੁੰਦਰ ਅੰਦਰ ਗਏ ਰਾਜੇ ਜੈ ਸਿੰਘ ਦੇ ਸੋਹਣੇ ਮਹਿਲਾਂ ਵਿੱਚ ਸਤਿਗੁਰੂ ਜੀ ਨੇ ਪ੍ਰਵੇਸ਼ ਕੀਤਾ ਹੈ। ਚਿੱਤਰ ਬਚਿੱਤਰ ਜਹਾਂ ਬਹੁ ਕੀਏ ਬੜੇ ਰੰਗ ਰੰਗ ਦੇ ਚਿੱਤਰ, ਬਹੁਤ ਸੋਹਣੀਆਂ ਚਿੱਤਰਕਾਰੀਆਂ ਕੰਧਾਂ ਦੇ ਉੱਤੇ ਕੀਤੀਆਂ ਹੋਈਆਂ ਹਨ। ਬੜਾ ਆਲੀਸ਼ਾਨ ਬੰਗਲਾ ਹੈ ਰਾਜੇ ਦਾ, ਬਹੁਤ ਸੋਹਣੀਆਂ ਚਿੱਤਰਕਾਰੀਆਂ ਮੂਰਤਾਂ ਛਾਪੀਆਂ ਹੋਈਆਂ ਹਨ। ਉਪਬਨ ਲਿਖਿਓ ਫੂਲ ਫਲ ਨਾਨਾ ਕਹਿੰਦੇ ਕੰਧਾਂ ਦੇ ਉੱਤੇ ਫੁੱਲਾਂ ਦੇ ਬੂਟੇ ਛਾਪੇ ਹੋਏ ਹਨ, ਬਾਗ ਬਣਾਏ ਹੋਏ ਹਨ, ਬਗੀਚੇ ਬਣਾਏ ਹੋਏ ਹਨ, ਚਿੱਤਰਕਾਰੀਆਂ ਨਕਾਸ਼ੀਆਂ ਕੱਢੀਆਂ ਹੋਈਆਂ ਹਨ। ਰਾਜਾ ਦਾ ਮਹਿਲ ਬਹੁਤ ਸੁੰਦਰ ਹੈ। ਕੇਹਰ ਕਰੀ ਕੁਰੰਗ ਮਹਾਨਾ ਕਿਤੇ ਸ਼ੇਰਾਂ ਦੀਆਂ ਤਸਵੀਰਾਂ ਲੱਗੀਆਂ ਹਨ, ਕਿਤੇ ਹਿਰਨਾਂ ਦੀਆਂ ਲੱਗੀਆਂ ਹਨ, ਕਿਤੇ ਹਾਥੀਆਂ ਦੀਆਂ ਲੱਗੀਆਂ ਹਨ। ਕੀਰ ਕਬੂਤਰ ਕੋਕਲ ਕੇ ਕੀ ਕਿਤੇ ਤੋਤੇ ਹਨ, ਕਿਤੇ ਕੋਇਲਾਂ ਬਣਾਈਆਂ ਹੋਈਆਂ ਨੇ, ਤੇ ਕਿਤੇ ਕਈ ਪ੍ਰਕਾਰ ਦੇ ਪੰਛੀ ਬਣਾਏ ਹੋਏ ਹਨ। ਮ੍ਰਿਗ ਖਗ ਸੁੰਦਰ ਬਰਨ ਅਨੇਕੀ ਮੋਰਾਂ ਦੀਆਂ ਤਸਵੀਰਾਂ ਹਨ, ਹਿਰਨਾਂ ਦੀਆਂ ਹਨ, ਪੰਛੀਆਂ ਦੀਆਂ ਹਨ, ਤੇ ਪਸ਼ੂਆਂ ਦੀਆਂ ਹਨ। ਅਦਕੇ ਉਤੰਗ ਸ਼ਿਖਰ ਜਨ ਕੇਰੇ ਔਰ ਇਸ ਮਹਿਲ ਦੇ ਗੁੰਬਜ ਉੱਪਰ ਚੌਖਾਨੇ ਬਹੁਤ ਸੋਹਣੇ ਸੁੰਦਰ ਅਟਾਰੀਆਂ ਚੌਖੰਡੀਆਂ ਬਣੀਆਂ ਹੋਈਆਂ ਹਨ। ਚਾਮੀ ਕਰਕੇ ਕਲਸ ਬਡੇਰੇ ਤੇ ਸੁਨਹਿਰੀ ਕਲਸ ਉੱਤੇ ਲੱਗੇ ਹੋਏ ਹਨ, ਸੋਨੇ ਦੇ ਕਲਸਾਂ ਨਾਲ ਮਹਿਲ ਸਵਾਰਿਆ ਹੋਇਆ ਹੈ। ਮਨੋ ਸਰਦ ਰਿਤ ਕੋ ਕਨ ਸੋ ਹੈ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸ਼ਰਦ ਰੁੱਤ ਦਾ ਕੱਤਕ ਤੇ ਮੱਘਰ ਦੇ ਮਹੀਨੇ ਨੂੰ ਸ਼ਰਦ ਰੁੱਤ ਕਹਿੰਦੇ ਹਨ। ਅੱਸੂ ਕੱਤਕ ਦੀ ਅੱਸੂ ਕੱਤਕ ਦੇ ਵਿੱਚ ਸ਼ਰਦ ਰੁੱਤ ਦੇ ਜਿਵੇਂ ਬੱਦਲ ਸੋਹਣੇ ਲੱਗਦੇ ਹਨ। ਬਿਸਨ ਬਿਸਦ ਬਰਨ ਹੇਰਤ ਮਨ ਮੋਹੈ ਚਿੱਟੇ ਰੰਗ ਦੇ ਰਾਜੇ ਦੇ ਮਹਿਲ ਮਨ ਨੂੰ ਮੋਹਦੇ ਹਨ। ਅਦਕ ਬਿਲੰਦ ਸਦਨ ਇਕ ਮਾਹੀ ਕਹਿੰਦੇ ਬਹੁਤ ਵੱਡੇ ਇੱਕ ਸੋਹਣੇ ਮਹਿਲ ਦੇ ਵਿੱਚ ਤਨਿਓ ਚੰਦੋਵਾ ਬਹੁ ਦੁਤ ਜਾਹੀ ਬਹੁਤ ਸੁੰਦਰ ਚੰਦੋਆ ਤਾਣਿਆ ਹੋਇਆ ਹੈ। ਜ਼ਰੀਦਾਰ ਚਾਦਰ ਲਰਕੰਤੀ ਜਰੀਦਾਰ ਝਾਲਰਾਂ ਲਟਕਦੀਆਂ ਹਨ। ਰੇਸ਼ਮ ਕੀ ਡੋਰਾਂ ਜਿਸਯੰਤੀ ਔਰ ਜਿਹਦੇ ਵਿੱਚ ਰੇਸ਼ਮ ਦੀਆਂ ਡੋਰਾਂ ਹਨ, ਬਹੁਤ ਸੁੰਦਰ। ਚੌਂਕੀ ਚੰਦਨ ਕੀ ਤਹਿ ਤਰੇ ਕਹਿੰਦੇ ਚੰਦਨ ਦੀ ਚੌਂਕੀ ਮਹਾਰਾਜ ਦੇ ਵਾਸਤੇ ਬੜੀ ਸੁੰਦਰ ਚੰਦੋਏ ਦੇ ਥੱਲੇ ਡਾਈ ਹੋਈ ਹੈ। ਤਿਸ ਥਨ ਮੁਖ ਨਿਰਪਨੇ ਗੁਰ ਕਰੇ ਤੇ ਗੁਰੂ ਸਾਹਿਬ ਨੂੰ ਲੈ ਕੇ ਰਾਜਾ ਉਸ ਚੌਂਕੀ ਵੱਲ ਆਇਆ। ਉਹ ਸਤਿਗੁਰੂ ਜੀ ਆਓ ਆਓ, ਇੱਥੇ ਬਿਰਾਜਮਾਨ ਹੋਵੋ। ਇਸ ਤਰ੍ਹਾਂ ਬੜੇ ਅਦਬ ਦੇ ਨਾਲ, ਬੜੇ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਨੂੰ ਚੌਂਕੀ ਵੱਲ ਲੈ ਕੇ ਆਇਆ ਹੈ। ਹਿਰਦੇ ਠਟੀ ਬਿਦ ਅਜ਼ਮਤ ਹੈਰਨ ਮਨ ਵਿੱਚ ਗੁਰੂ ਸਾਹਿਬ ਦੀ ਕਰਾਮਾਤ ਵੇਖਣ ਦਾ ਇਰਾਦਾ ਵੀ ਪੱਕਾ ਕੀਤਾ ਹੋਇਆ ਹੈ, ਪਰ ਉਤੋਂ ਬੜੀ ਸ਼ਰਧਾ ਨਾਲ, ਬੜੇ ਪ੍ਰੇਮ ਨਾਲ ਗੁਰੂ ਸਾਹਿਬ ਨੂੰ ਸਤਿਕਾਰ ਨਾਲ ਲਿਆ ਰਿਹਾ ਹੈ। ਮੁਖ ਤੇ ਬੈਠਨ ਹਿਤ ਕਰ ਪ੍ਰੇਰਨ ਮਨ ਵਿੱਚ ਗੁਰੂ ਸਾਹਿਬ ਦੀ ਕਰਾਮਾਤ, ਗੁਰੂ ਸਾਹਿਬ ਦੀ ਸ਼ਕਤੀ ਦੇਖਣ ਦੀ ਲਾਲਸਾ ਹੈ, ਅੰਤਰਜਾਮਤਾ ਵੇਖਣੀ ਚਾਹੁੰਦਾ ਹੈ, ਤੇ ਉੱਪਰੋਂ ਗੁਰੂ ਸਾਹਿਬ ਜੀ ਮਹਾਰਾਜ ਦਾ ਸਤਿਕਾਰ, ਆਓ ਜੀ ਬੈਠੋ, ਇਸ ਤਰ੍ਹਾਂ ਕਰ ਰਿਹਾ ਹੈ। ਤਨ ਸੁਮਧਮਾ ਪੰਕਜ ਨੈਣੀ ਕਹਿੰਦੇ ਜਿਨ੍ਹਾਂ ਦੇ ਸਰੀਰ ਬੜੇ ਸੁੰਦਰ ਹਨ, ਜਵਾਨ ਸੋਹਣੀ ਸਰੂਪ ਵਾਲੀਆਂ ਸੁੰਦਰ ਇਸਤਰੀਆਂ, ਕਮਲ ਵਰਗੀਆਂ ਜਿਨ੍ਹਾਂ ਦੀਆਂ ਅੱਖਾਂ ਹਨ। ਕੀਰ ਨਾਸਕਾ ਕੋਕਲ ਬੈਨੀ ਜਿਨ੍ਹਾਂ ਦੀ ਆਵਾਜ਼ ਕੋਇਲ ਵਰਗੀ ਮਿੱਠੀ ਹੈ, ਤੇ ਜਿਨ੍ਹਾਂ ਦਾ ਨੱਕ ਤੋਤੇ ਵਰਗਾ ਤਿੱਖਾ ਹੈ। ਦੋਤ ਕਮਨੀय ਸੈਂਕਰੇ ਕਾਮਨ ਜਿਨ੍ਹਾਂ ਦੀ ਕਹਿੰਦੇ ਬਹੁਤ ਸੋਹਣੀ ਸੋਭਾ ਹੈ, ਔਰ ਸੈਂਕੜੇ ਰਾਣੀਆਂ ਹਨ, ਇੱਕ ਨਹੀਂ। ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਰਾਜੇ ਦੇ 100 ਰਾਣੀਆਂ ਸੇਜੇ ਆਵੇ ਵਾਰੋ ਵਾਰੀ। ਇਹੋ ਜਿਹੀਆਂ ਸੁੰਦਰ ਸਰੂਪ ਵਾਲੀਆਂ ਸੈਂਕੜੇ ਹੀ ਰਾਣੀਆਂ, ਗੋਲੀਆਂ, ਦਾਸੀਆਂ ਸਹਿਤ
ਸੁੰਦਰ ਸਰੂਪ ਵਾਲੀਆਂ, ਜਿਨ੍ਹਾਂ ਦੀ ਉਮਰ 16 ਸਾਲ ਤੋਂ ਲੈ ਕੇ 22 24 ਸਾਲ 25 ਸਾਲ ਤੱਕ ਦੀ ਹੈ। ਬੈਠੀ ਦੇਹ ਧਰੇ ਜਨ ਦਾਮਨ, ਐਸੀਆਂ ਉਹ ਸੁੰਦਰ ਸਰੂਪ ਇਸਤਰੀਆਂ ਮਾਨੋ ਬਿਜਲੀ ਲਿਸ਼ਕਦੀ ਹੋਵੇ, ਇੰਨਾ ਉਹਨਾਂ ਦਾ ਸੁੰਦਰ ਚਮਕ ਦਮਕ ਵਾਲਾ ਰੂਪ ਹੈ। ਵਰਨ ਵਰਨ ਕੇ ਅੰਬਰ ਬਰ ਹੈ, ਕਹਿੰਦੇ ਰੰਗ ਰੰਗ ਦੇ ਸੋਹਣੇ ਕੱਪੜੇ ਉਹਨਾਂ ਨੇ ਪਹਿਨੇ ਹੋਏ ਹਨ। ਤਰਨ ਛਬੀਲੀ ਗਨ ਤਨ ਧਰ ਹੈ, ਜਵਾਨ ਸੋਹਣੇ ਰੂਪ ਵਾਲੀਆਂ ਹਨ ਅਤੇ ਜਿਨ੍ਹਾਂ ਨੇ ਸੁੰਦਰ ਸਰੂਪ ਧਾਰਨ ਕੀਤੇ ਹੋਏ ਹਨ। ਵਸਤਰ ਵਿਭੂਖਨ ਮੋਲ ਬਡੇਰੇ, ਵਸਤਰ ਗਹਿਣੇ ਵੀ ਬੜੇ ਮਹਿੰਗੇ ਮਹਿੰਗੇ ਤੇ ਕੱਪੜੇ ਵੀ ਮਹਿੰਗੇ ਮਹਿੰਗੇ ਪਹਿਨੇ ਹੋਏ ਹਨ। ਪਹਿਰੇ ਬੈਠੀ ਨਾਰ ਚੁਫੇਰੇ, ਉਹ ਸੋਹਣੇ ਸੁੰਦਰ ਵਸਤਰ ਪਹਿਨ ਕੇ ਗਹਿਣੇ ਪਹਿਨ ਕੇ 9 ਲੱਖੇ ਹਾਰ ਪਾ ਕੇ ਉਸ ਚੌਂਕੀ ਦੇ ਆਲੇ ਦੁਆਲੇ ਬੈਠੀਆਂ ਹੋਈਆਂ ਹਨ। ਮੁਖਤਾ ਲਰੀ ਸੋ ਹੀਰਨ ਜਰੇ, ਮੋਤੀਆਂ ਦੀਆਂ ਲੜੀਆਂ ਲਟਕ ਰਹੀਆਂ ਹਨ, ਹੀਰੇ ਵਿੱਚ ਜੜੇ ਹੋਏ ਹਨ। ਚਾਮੀ ਕਰ ਸੁੰਦਰ ਬਹੁ ਘਰੇ, ਸੋਨੇ ਦੇ ਬਹੁਤ ਸੋਹਣੇ ਕੀਮਤੀ ਗਹਿਣੇ ਹਨ। ਬਿਨਾ ਪਟੰਬਰ ਤੀਏ ਨ ਕੋਈ, ਬਿਨਾ ਮਹਿੰਗੇ ਪਸ਼ਮੀਨੇ ਦੇ ਕੱਪੜੇ ਤੋਂ ਕੋਈ ਰਾਣੀ ਨਹੀਂ। ਪਟੰਬਰ ਕਹਿੰਦੇ ਪਸ਼ਮੀਨੇ ਦੇ, ਪਸ਼ਮ ਦੇ ਕੱਪੜੇ, ਜਿਹੜੇ ਬਹੁਤ ਮਹਿੰਗੇ ਵਸਤਰ ਹਨ, ਲੱਖਾਂ ਰੁਪਈਆਂ ਦੇ ਹਜ਼ਾਰਾਂ ਰੁਪਈਆਂ ਦੇ ਮਹਿੰਗੇ ਕੱਪੜੇ ਰਾਣੀਆਂ ਨੇ ਪਹਿਨੇ ਹੋਏ ਹਨ। ਬਿਨਾ ਜਰਾਓ ਨ ਭੂਖਨ ਹੋਈ, ਤੇ ਕੋਈ ਗਹਿਣਾ ਵੀ ਜੜਾਊ ਤੋਂ, ਹੀਰਿਆਂ ਤੋਂ, ਮੋਤੀਆਂ ਤੋਂ ਬਿਨਾਂ ਨਹੀਂ ਹੈ। ਗਹਿਣੇ ਵੀ ਮਹਿੰਗੇ ਹਨ, ਉਹਨਾਂ ਦੇ ਵਸਤਰ ਵੀ ਬਹੁਤ ਮਹਿੰਗੇ ਹਨ। ਵਸਤਰ ਵਿਭੂਖਨ ਬਿਖੈ ਸਮਾਨ, ਵਸਤਰ ਤੇ ਗਹਿਣਿਆਂ ਦੇ ਵਿੱਚ ਬਰਾਬਰੀ ਹੈ। ਭਾਵ ਜੇ ਗਹਿਣੇ ਮਹਿੰਗੇ ਹਨ ਤੇ ਕੱਪੜੇ ਵੀ ਘੱਟ ਨਹੀਂ, ਜੇ ਕੱਪੜੇ ਮਹਿੰਗੇ ਹਨ ਤਾਂ ਗਹਿਣੇ ਵੀ ਘੱਟ ਨਹੀਂ। ਬਨ ਬੈਠਿਓ ਰਣਵਾਸ ਮਹਾਨ, ਇਸ ਤਰ੍ਹਾਂ ਸੋਹਣੇ ਸੋਹਣੇ ਗਹਿਣੇ ਕੱਪੜੇ ਪਹਿਨ ਕੇ ਰਾਜੇ ਜੈ ਸਿੰਘ ਦੀਆਂ ਸੈਂਕੜੇ ਰਾਣੀਆਂ ਆਪਣੇ ਬੰਗਲੇ ਦੇ ਵਿੱਚ ਸਜ ਧਜ ਕੇ ਬੈਠੀਆਂ ਹਨ। ਸਰਬ ਸਿਰੋਮਨ ਸੋਠ ਪਟਰਾਨੀ, ਜਿਹੜੀ ਇਹਨਾਂ ਸਾਰੀਆਂ ਰਾਣੀਆਂ ਤੋਂ ਸੁੰਦਰ ਸਰੂਪ ਔਰ ਵੱਡੀ ਰਾਣੀ ਹੈ, ਜਿਸ ਨੂੰ ਰਾਣੀ ਰਾਜੇ ਦੀ ਪਟਰਾਣੀ ਕਿਹਾ ਜਾਂਦਾ। ਇੱਕ ਰਾਣੀ ਹੁੰਦੀ, ਇੱਕ ਪਟਰਾਣੀ ਹੁੰਦੀ ਹੈ। ਪਟਰਾਣੀ ਵੱਡੀ ਰਾਣੀ ਨੂੰ ਕਹਿੰਦੇ ਆ, ਜਿਹਦੇ ਪੇਟ ਤੋਂ ਪਹਿਲਾ ਬੱਚਾ ਵੀ ਜਨਮ ਲੈਂਦਾ ਹੈ, ਜਾਂ ਜਿਸ ਨੂੰ ਰਾਜਾ ਆਪਣੀ ਪਟਰਾਣੀ ਮੰਨਦਾ, ਜਿਹਦੇ ਨਾਲ ਦਿਲ ਦੀ ਹਰ ਇੱਕ ਗੱਲ ਸਾਂਝੀ ਕਰਦਾ ਹੈ। ਉਹਨਾਂ ਸਾਰੀਆਂ ਰਾਣੀਆਂ ਵਿੱਚੋਂ ਜਿਹੜੀ ਵੱਡੀ ਪਟਰਾਣੀ ਹੈ, ਮਲਨ ਬੇਸ ਕਰ ਇੱਛਾ ਠਾਨੀ, ਉਹਨੇ ਮੈਲੇ ਜੇ ਕੱਪੜੇ ਪਾਏ ਹੋਏ ਨੇ, ਖੱਦਰ ਦਾ ਮੋਟਾ ਜਿਹਾ ਕਮੀਜ਼ ਪਜਾਮਾ ਤੇ ਸਿਰ ਤੇ ਚੁੰਨੀ ਵੀ ਉਹਨੇ ਬਹੁਤ ਵਧੀਆ ਨਹੀਂ ਲਈ ਹੋਈ, ਸਾਦੀ ਜੀ ਚੁੰਨੀ ਲਈ ਹੋਈ ਹੈ ਤੇ ਕੋਈ ਗਹਿਣਾ ਨਹੀਂ ਪਾਇਆ। ਤੇ ਮਲੀਨ ਜੇ ਸਾਦੇ ਜੇ ਜਿਹੜੇ ਨੌਕਰਾਣੀਆਂ ਨੂੰ ਵੀ ਕੱਪੜੇ ਮਿਲਦੇ ਨੇ, ਉਹੀ ਉਹਨੇ ਪਾਏ ਹੋਏ, ਨੌਕਰਾਣੀਆਂ ਵਾਲੇ ਕੱਪੜੇ ਪਾ ਕੇ ਬੈਠੀ, ਦਾਸੀਆਂ ਵਾਲੇ। ਸਰਬ ਗਿਆਤ ਔਰ ਜੇ ਗੁਰ ਸੁਆਮੀ, ਤੇ ਮਨ ਵਿੱਚ ਫੁਰਨਾ ਕੀ ਕਰ ਰਹੀ ਹੈ ਵੀ ਜੇ ਗੁਰੂ ਸਾਹਿਬ ਅੰਤਰਜਾਮੀ ਹਨ, ਸਾਰਾ ਕੁਝ ਜਾਣੀ ਜਾਣ ਹਨ, ਸਰਬ ਗੱਲਾਂ ਦੇ ਗਿਆਤਾ ਹਨ, ਸਭ ਘਟ ਘਟ ਕੇ ਅੰਤਰ ਜਾਮੀ। ਜੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿਲਾਂ ਦੀ ਜਾਣਨ ਵਾਲੇ ਘਟ ਘਟ ਕੇ ਅੰਤਰਜਾਮੀ ਹਨ, ਤੋ ਉਛੰਗ ਮਮ ਬੈਠੈ ਆਈ, ਤਾਂ ਸਤਿਗੁਰੂ ਜੀ ਕਿਰਪਾ ਕਰਕੇ ਮੇਰੀ ਗੋਦੀ 'ਚ ਆ ਕੇ ਬੈਠਣਗੇ, ਕਿਸੇ ਵੀ ਹੋਰ ਰਾਣੀ ਦੇ ਗੋਦ ਵਿੱਚ ਨਹੀਂ ਬੈਠਣਗੇ। ਵੇਖ ਅਜ਼ਮਤ ਮੈਂ ਪਰਹੂੰ ਪਾਈ, ਜੇ ਗੁਰੂ ਸਾਹਿਬ ਜੀ ਅੰਤਰਜਾਮੀ ਮੇਰੇ ਮਨ ਦੀ ਗੱਲ ਜਾਣ ਗਏ, ਮੇਰੀ ਗੋਦ ਵਿੱਚ ਹੀ ਆ ਕੇ ਬਿਰਾਜੇ, ਤਾਂ ਫਿਰ ਮੈਂ ਸਤਿਗੁਰੂ ਜੀ ਦੇ ਚਰਨਾਂ ਤੇ ਪੈ ਕੇ ਉਹਨਾਂ ਤੋਂ ਬਖਸ਼ਿਸ਼ਾਂ ਲਵਾਂਗੀ। ਕਰੇ ਮਨੋਰਥ ਆਸਮਨ ਲੋਨੇ, ਇਸ ਤਰ੍ਹਾਂ ਉਸ ਰਾਣੀ ਨੇ ਆਪਣੇ ਮਨ ਵਿੱਚ ਫੁਰਨਾ ਕੀਤਾ ਹੈ, ਇਸ ਤਰ੍ਹਾਂ ਦੇ ਮਨੋਰਥ ਕਰ ਰਹੀ ਹੈ। ਬਿਨ ਆਸਨ ਬੈਠੀ ਵਿੱਚ ਕੋਨੇ, ਔਰ ਵਿਚਾਰੀ ਕਿਸੇ ਆਸਣ ਤੇ ਨਹੀਂ ਬੈਠੀ। ਬਾਕੀ ਰਾਣੀਆਂ ਤੇ ਆਪਣੇ ਆਪਣੇ ਆਸਣਾਂ ਤੇ ਸਜ ਧਜ ਕੇ ਲੱਖਾਂ ਰੁਪਈਆਂ ਦੇ ਕੱਪੜੇ ਗਹਿਣੇ ਪਾ ਕੇ ਬੈਠੀਆਂ ਹਨ। ਉਹ ਵੱਡੀ ਰਾਣੀ ਦਾਸੀਆਂ ਵਾਲੇ ਮਲਿਨ ਬੇਸ ਬਣਾ ਕੇ, ਨੌਕਰਾਣੀਆਂ ਵਾਲੇ ਖੱਦਰ ਦੇ ਮੋਟੇ ਕੱਪੜੇ ਪਾ ਕੇ, ਬਿਨਾਂ ਕਿਸੇ ਆਸਣ ਦੇ ਕੋਨੇ ਵਿੱਚ ਪਿੱਛੇ ਹੋ ਕੇ ਬੈਠੀ ਹੋਈ ਹੈ। ਸ਼੍ਰੀ ਗੁਰ ਖੇਲਨ ਹੇਤ ਖਿਲੌਨੇ, ਤੇ ਗੁਰੂ ਸਾਹਿਬ ਜੀ ਦੇ ਵਾਸਤੇ ਵਧੀਆ ਵਧੀਆ ਖਿਡੌਣੇ ਤਿਆਰ ਕੀਤੇ ਹਨ ਵੀ ਸਤਿਗੁਰੂ ਜੀ ਖੇਡਣਗੇ। ਮਹਾਰਾਜ ਸਾਹਿਬ ਜੀ ਦੀ ਉਮਰ ਉਸ ਵੇਲੇ 6-7 ਸਾਲ ਦੇ ਵਿਚਕਾਰ ਹੋਣ ਕਰਕੇ
ਰਾਣੀ ਦੇ ਮਨ 'ਚ ਸ਼ਰਧਾ ਜਾਗੀ ਵੀ ਇਸ ਉਮਰ ਵਿੱਚ ਜਿਹੜੇ ਮਹਾਂਪੁਰਸ਼ ਹੁੰਦੇ ਨੇ ਜਾਂ ਕੋਈ ਵੀ ਹੈ ਉਹ ਇਸ ਸੰਸਾਰ ਵਿੱਚ ਆਉਂਦਾ, ਨਰ ਲੀਲਾ ਵੀ ਕਰਦੇ, ਬਾਲ ਲੀਲਾ ਵੀ ਕਰਦੇ ਆ। ਤੇ ਮਹਾਰਾਜ ਦੇ ਖੇਡਣ ਵਾਸਤੇ ਰਾਣੀ ਨੇ ਖਿਡੌਣੇ ਬਣਾ ਕੇ ਰੱਖੇ ਹਨ। ਆਸ ਕਰਵਾਏ ਰਖੇ ਟਿਗ ਤੌਨੇ। ਉਹਨੇ ਬੜੇ ਬੜੇ ਸੁੰਦਰ ਖਿਡੌਣੇ ਬਣਾ ਕੇ ਰੱਖੇ। ਜੇ ਗੁਰੂ ਸਾਹਿਬ ਮੇਰੀ ਗੋਦੀ 'ਚ ਬੈਠਣਗੇ ਮੈਂ ਉਹਨਾਂ ਨੂੰ ਇਹ ਖਿਡੌਣੇ ਭੇਟਾ ਕਰਾਂਗੀ। ਚਾਮੀ ਕਰਕੇ ਪੰਚ ਬਣਾਏ। ਇਹਨਾਂ ਜੋ 5 ਖਿਡੌਣੇ ਤਾਂ ਸਾਧ ਸੰਗਤ ਜੀ ਸੋਨੇ ਦੇ ਹਨ। ਸੋਨੇ ਦੇ 5 ਘੋੜੇ ਬਣਾਏ ਹੋਏ ਨੇ ਜਾਂ ਖਿਡੌਣੇ ਬਣਾਏ ਹੋਏ ਨੇ ਛੋਟੇ ਛੋਟੇ। ਹੀਰਨ ਮੁਕਤਾ ਬ੍ਰਿੰਦ ਜਰਾਏ। ਉਹਨਾਂ ਸੋਨੇ ਦੇ ਖਿਡੌਣਿਆਂ ਦੇ ਵਿੱਚ ਹੀਰੇ ਮੋਤੀ ਬਹੁਤ ਜੜੇ ਹੋਏ ਹਨ। ਪੰਚ ਰਜਤ ਕੇ ਸੁੰਦਰ ਘਰੇ। ਤੇ 5 ਚਾਂਦੀ ਦੇ ਹਨ। 5 ਸੋਨੇ ਦੇ ਤੇ 5 ਚਾਂਦੀ ਦੇ ਖਿਡੌਣੇ ਬਣਾਏ ਹੋਏ ਨੇ ਰਾਣੀ ਵੱਲੋਂ। ਜਨ ਕੂਦਤ ਅਸਵਾਰਨ ਤਰੇ। ਤੇ ਏਦਾਂ ਲੱਗਦਾ ਹੈ ਜਿਵੇਂ ਉਹ ਘੋੜੇ ਬਣੇ ਹੋਏ ਨੇ ਤੇ ਉੱਤੋਂ ਅਸਵਾਰਾਂ ਸਮੇਤ ਕੁੱਦਦੇ ਹਨ। ਪੰਚ ਮ੍ਰਿਤਕਾ ਕੇ ਕਰਵਾਏ। ਤੇ 5 ਖਿਡੌਣੇ ਉਹਨੇ ਮਿੱਟੀ ਦੇ ਵੀ ਤਿਆਰ ਕਰਵਾਏ ਹਨ। ਅਨਕ ਭਾਂਤ ਕੇ ਰੰਗ ਲਗਾਏ। ਉਹਨਾਂ ਨੂੰ ਭਾਂਤ ਭਾਂਤ ਦੇ ਰੰਗ ਲਾ ਲਾ ਕੇ ਸਵਾਰਿਆ ਹੋਇਆ। ਅਸੀਂ ਜਦੋਂ ਛੋਟੇ ਹੁੰਦੇ ਸੀ ਤਾਂ ਆਪ ਦੇਖਿਆ ਵੀ ਘੁਮਿਆਰ ਮਿੱਟੀ ਦੇ ਖਿਡੌਣੇ ਬਣਾਉਂਦੇ ਹੁੰਦੇ ਸੀ ਤੇ ਲੋਕ ਮਿੱਟੀ ਦੇ ਖਿਡੌਣੇ ਲਿਆ ਲਿਆ ਕੇ ਆਪਣੇ ਬੱਚਿਆਂ ਨੂੰ ਦਿੰਦੇ ਸੀ। ਤੇ ਖਾਸ ਕਰਕੇ ਦੀਵਾਲੀ ਤੇ ਖੰਡ ਦੇ ਖਿਡੌਣੇ ਤੇ ਇਹ ਚੀਜ਼ਾਂ ਦਾ ਹੁਣ ਸੁਪਨਾ ਜਿਹਾ ਹੀ ਹੋਈ ਜਾਂਦਾ। ਸਮਾਜ ਬਦਲ ਗਿਆ ਹੈ। ਬੱਚਿਆਂ ਦੇ ਖਿਡੌਣਿਆਂ ਦਾ ਰੂਪ ਰੰਗ ਵੀ ਹੁਣ ਬਦਲ ਗਿਆ ਹੈ। ਪਲਾਸਟਿਕ ਦੇ ਆ ਗਏ, ਹੋਰ ਚੀਜ਼ਾਂ ਆ ਗਈਆਂ। ਪਹਿਲਾਂ ਮਿੱਟੀ ਦੇ ਖਿਡੌਣੇ ਆਮ ਲੋਕਾਂ ਦੇ ਘਰਾਂ 'ਚ ਬੱਚਿਆਂ ਨੂੰ ਖਿਡਾਉਣ ਲਈ ਦਿੰਦੇ ਸੀ। ਬੱਚੇ ਤੋੜ ਤਾੜ ਦਿੰਦੇ ਸੀ ਜਾਂ ਪੱਕੇ ਮਿੱਟੀ ਦੇ ਵੀ ਕਈ ਵਾਰੀ ਉਹਨੂੰ ਅੱਗ ਵਿੱਚ ਪਕਾ ਕੇ ਤੇ ਜਿਵੇਂ ਇੱਟ ਪੱਕ ਜਾਂਦੀ ਹੈ ਫਿਰ ਉਹਦੇ ਉੱਤੇ ਰੰਗ ਕਰ ਦਿੰਦੇ। ਕੱਚੇ ਵੀ ਹੁੰਦੇ ਸੀ, ਪੱਕੇ ਵੀ ਹੁੰਦੇ ਸੀ। ਤਾਂ ਮਿੱਟੀ ਦੇ 5 ਖਿਡੌਣੇ, 5 ਚਾਂਦੀ ਦੇ, 5 ਸੋਨੇ ਦੇ ਸਤਿਗੁਰਾਂ ਦੇ ਵਾਸਤੇ। ਵਸਤਰਨ ਸਾਥ ਆਛਾਦਨ ਕਰੇ। ਵਸਤਰਾਂ ਦੇ ਸਹਿਤ ਉਹ ਜਿਹੜੇ ਉਹਨੇ 15 ਖਿਡੌਣੇ ਸੀ ਨਾ ਇੱਕ ਥਾਲ ਵਿੱਚ ਵੱਡੇ ਰਕੇਬ ਵਿੱਚ ਰੱਖੇ ਹੋਏ ਤੇ ਉੱਤੇ ਉਹਨੇ ਰਾਣੀ ਨੇ ਬੜਾ ਸੋਹਣਾ ਵਸਤਰ ਪਾਇਆ ਹੋਇਆ, ਲੁਕਾਏ ਹੋਏ ਹਨ। ਮਿਲੇ ਦੇਹੋਂ ਢਿਗ ਨਿਜ ਤਰੇ। ਜੇ ਮੇਰੀ ਗੋਦੀ 'ਚ ਆ ਕੇ ਬੈਠਣਗੇ, ਮੈਨੂੰ ਆ ਕੇ ਮਿਲਣਗੇ, ਮੈਂ ਉਦੋਂ ਇਹ ਭੇਟਾ ਕਰਾਂਗੀ। 5 ਸੋਨੇ ਦੇ, 5 ਚਾਂਦੀ ਦੇ, 5 ਮਿੱਟੀ ਦੇ ਖਿਡੌਣੇ ਹਨ। ਸ੍ਰੀ ਸਤਿਗੁਰ ਜਬ ਕੀਨ ਪ੍ਰਵੇਸ਼ੂ। ਜਦੋਂ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਰਾਜੇ ਸਮੇਤ ਰਣਵਾਸ ਵਿੱਚ ਬੜੇ ਹਨ। ਸਮੁਖ ਬਿਲੋਚਨ ਕਰੇ ਅਸ਼ੇਸ਼ੂ। ਤੇ ਉਸ ਵੇਲੇ ਸਾਰੀਆਂ ਰਾਣੀਆਂ ਨੇ ਮਹਾਰਾਜ ਦੇ ਆਉਂਦਿਆਂ ਦਰਸ਼ਨ ਕੀਤੇ ਹਨ। ਇੰਦੀ ਬਰਜਨ ਸੁੰਦਰ ਬਣੀ। ਕਹਿੰਦੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਮਲਾਂ ਦੀ ਬੜੀ ਸੋਹਣੀ ਬਗੀਚੀ ਹੋਵੇ। ਅਰਕ ਬਿਲੋਕੇ ਬਿਕਸੀ ਘਨੀ। ਤੇ ਕਮਲਾਂ ਦੀ ਉਸ ਬਗੀਚੀ ਨੂੰ ਸੂਰਜ ਦੇ ਦਰਸ਼ਨ ਹੋ ਗਏ। ਹੁਣ ਸੂਰਜ ਨੂੰ ਵੇਖ ਕੇ ਜਿਵੇਂ ਕਮਲ ਦੇ ਫੁੱਲ ਖਿੜ ਜਾਂਦੇ ਹਨ, ਇਉਂ ਸਾਰਿਆਂ ਦੀਆਂ ਅੱਖਾਂ ਖਿੜ ਗਈਆਂ ਸੂਰਜ ਸਮਾਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰਕੇ। ਏਕ ਬਾਰ ਸਭਨ ਕਰ ਜੋਰੇ। ਸਾਰਿਆਂ ਨੇ ਇੱਕ ਵਾਰੀ ਹੱਥ ਜੋੜ ਲਏ ਧੰਨ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ। ਕਰੀ ਬੰਦਨਾ ਸਭ ਗੁਰ ਓਰੇ। ਸਾਰਿਆਂ ਨੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ, ਗੁਰੂ ਸਾਹਿਬ ਵੱਲ ਹੱਥ ਜੋੜੇ ਹਨ। ਰਿਪ ਆਇਸ ਤੇ ਬਾਲ ਕੁਲੀਨ। ਕਹਿੰਦੇ ਜਿਹੜੀਆਂ ਉਹ ਰਾਣੀਆਂ ਸਨ, ਰਾਜੇ ਨੇ ਉਹਨਾਂ ਨੂੰ ਸਮਝਾਇਆ ਸੀ ਵੀ ਤੁਸੀਂ ਉੱਠਣਾ ਨਹੀਂ, ਬੈਠੇ ਰਹਿਣਾ, ਕਿਉਂਕਿ ਮਹਾਰਾਜ ਨੇ ਜਦੋਂ ਆਉਣਾ ਹੈ ਤੇ ਵੱਡੀ ਰਾਣੀ ਦੀ ਗੋਦ ਵਿੱਚ ਬੈਠਣਾ ਹੈ। ਜੇ ਰਾਣੀ ਬੈਠੀ ਹੋਵੇਗੀ ਤਾਂ ਹੀ ਗੋਦ 'ਚ ਬੈਠਣਗੇ। ਇਸ ਤਰ੍ਹਾਂ ਦਾ ਉਹਨਾਂ ਨੇ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਹੋਇਆ ਸੀ। ਨਿਜ ਨਿਜ ਥਲ ਥਿਤ ਰਹੀ ਉਠੀ ਨਾ। ਸੋ ਉੱਠੀਆਂ ਨਹੀਂ, ਖੜੀਆਂ ਨਹੀਂ, ਆਪੋ ਆਪਣੀ ਥਾਂ ਤੇ ਰਾਣੀਆਂ ਬੈਠੀਆਂ ਰਹੀਆਂ। ਭਾਵੇਂ ਸਾਧ ਸੰਗਤ ਜੀ
ਇਹ ਉਹਨਾਂ ਕੋਲੋਂ ਬੜੀ ਵੱਡੀ ਭੁੱਲ ਹੋ ਰਹੀ ਹੈ, ਗੁਸਤਾਖੀ ਹੋ ਰਹੀ ਹੈ, ਗੁਰੂ ਸਾਹਿਬ ਦੀ ਪ੍ਰੀਖਿਆ ਕਰਨ ਵਾਸਤੇ ਐਸਾ ਕਰ ਰਹੀਆਂ ਹਨ। ਨਿਮਰ ਹੋਏ ਹੇਰਤ ਗੁਰ ਸੂਰਤ, ਕਹਿੰਦੇ ਨਿਮਰਤਾ ਦੇ ਨਾਲ ਗੁਰੂ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਰੂਪ ਦੇ ਦਰਸ਼ਨ ਕਰ ਰਹੀਆਂ ਹਨ। ਸੁੰਦਰ ਮ੍ਰਿਦੁਲ ਮਨੋਹਰ ਮੂਰਤ, ਬਹੁਤ ਸੋਹਣਾ ਸੁੰਦਰ ਕੋਮਲ ਤੇ ਮਨ ਨੂੰ ਮੋਹਣ ਵਾਲਾ ਹਜੂਰ ਦਾ ਸਰੂਪ ਹੈ। ਬੈਠੀ ਅਬਲਾ ਸਭ ਧਰਮੌਨ, ਸਾਰੀਆਂ ਰਾਣੀਆਂ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਨੇ ਪਰ ਬੋਲ ਨਹੀਂ ਰਹੀਆਂ। ਜੋ ਰਾਜੇ ਨੇ ਸਿਖਾਇਆ ਹੈ ਉਸ ਤਰ੍ਹਾਂ ਚੁੱਪ ਕਰਕੇ ਬੈਠੀਆਂ ਹਨ। ਪੂਰਨ ਭਰਿਓ ਪੌਨ ਚਹੁ ਕੌਣ, ਤੇ ਰਾਜੇ ਦਾ ਸਾਰਾ ਭਵਨ ਦਾਸੀਆਂ ਨਾਲ, ਨੌਕਰਾਣੀਆਂ ਨਾਲ, ਸੇਵਾਦਾਰਾਂ ਨਾਲ, ਰਾਣੀਆਂ ਨਾਲ ਭਰਿਆ ਹੋਇਆ ਹੈ। ਇਸ ਤਰ੍ਹਾਂ ਮੈਂ ਕੁਲ ਪ੍ਰਵਿਸ਼ੇ ਜਾਈ, ਤੇ ਗੁਰੂ ਸਾਹਿਬ ਅੰਤਰਜਾਮੀ ਘਟ ਘਟ ਦੀ ਜਾਣਨ ਵਾਲੇ ਰਾਜੇ ਦੀਆਂ ਰਾਣੀਆਂ ਜਿੱਥੇ ਬੈਠੀਆਂ ਸਨ ਉੱਥੇ ਜਾ ਪਹੁੰਚੇ। ਫੂਲ ਛਰੀ ਨਿਜ ਹਾਥ ਉਠਾਈ, ਤੇ ਜਿਹੜੀ ਉਹ ਹੱਥ ਵਿੱਚ ਫੁੱਲ ਛੜੀ ਲਈ ਹੋਈ ਸੀ ਨਾ, ਸੱਜੇ ਹੱਥ ਵਿੱਚ ਫੜ ਲਈ। ਨਿਕਟ ਤ੍ਰਿਆ ਕੇ ਸਿਰ ਪਰ ਹਨੀ, ਜਿਹੜੀ ਪਹਿਲਾਂ ਬੈਠੀ ਸੀ ਰਾਣੀ ਉਹਦੇ ਸਿਰ 'ਚ ਪੋਲੇ ਦੀ ਛੜੀ ਮਾਰੀ ਹੈ। ਨਹਿ ਪਠਰਾਨੀ ਮੁਖ ਇਮ ਭਨੀ, ਤੇ ਨਾਲ ਹੀ ਕਹਤਾ ਇਹ ਪਟਰਾਣੀ ਨਹੀਂ, ਛੜੀ ਮਾਰਤੀ ਸਿਰ ਦੇ ਵਿੱਚ ਪੋਲੇ ਜੀ ਨਿਸ਼ਾਨਾ ਲਾ ਕੇ ਤਾਂ ਕਰਕੇ ਕਹਿੰਦੇ ਰਾਣੀ ਨਹੀਂ ਹੈ। ਹੁਣ ਦੂਸਰ ਕੇ ਸੀਸ ਲਗਾਈ, ਫਿਰ ਦੂਜੀ ਰਾਣੀ ਦੇ ਸੀਸ ਤੇ ਛੜੀ ਲਾਈ ਹੈ। ਨਹਿ ਇਹ ਪੁਨ ਤੀਸਰ ਸਿਰ ਲਾਈ, ਇਹ ਵੀ ਪਟਰਾਣੀ ਨਹੀਂ ਹੈ ਤੇ ਕਹਿ ਕੇ ਤੀਜੀ ਦੇ ਸਿਰ ਤੇ ਉੱਤੇ ਛੜੀ ਲਾਈ ਹੈ। ਇਸੀ ਰੀਤ ਸਭ ਕੇ ਸਿਰ ਮਾਰੈ, ਇਸ ਤਰ੍ਹਾਂ ਮਾਰੇ ਪੋਲੀ ਜੀ ਛੜੀ ਮਾਰਦੇ ਨੇ ਰਾਣੀਆਂ ਦੇ ਸਿਰ ਤੇ ਨਾਲ ਕਹਿ ਦਿੰਦੇ ਨੇ ਇਹ ਪਟਰਾਣੀ ਨਹੀਂ ਹੈ। ਨਹਿ ਪਟਰਾਨੀ ਮੁਖ ਉਚਾਰੈ, ਹਰ ਵਾਰੀ ਮੂੰਹ ਤੋਂ ਬਚਨ ਹੀ ਨਿਕਲਦਾ ਹੈ ਇਹ ਪਟਰਾਣੀ ਨਹੀਂ, ਇਹ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ ਕਰੀ ਜਾਂਦੇ ਹਨ। ਸਭਨ ਉਲੰਘਤ ਜਾਤੇ ਅਗਾਰੀ, ਤੇ ਇਸ ਤਰ੍ਹਾਂ ਰਾਣੀਆਂ ਦੇ ਉਹ ਸਮੂਹ ਦੇ ਵਿੱਚ ਤੁਰੇ ਜਾਂਦੇ ਨੇ, ਖੇਡੀ ਜਾਂਦੇ ਨੇ, ਸਿਰ ਤੇ ਛੜੀ ਮਾਰਦੇ ਨੇ, ਕਹਿੰਦੇ ਪਟਰਾਣੀ ਨਹੀਂ ਤੇ ਅੱਗੇ ਤੁਰ ਪੈਂਦੇ ਨੇ। ਮੁਖ ਤੇ ਕਹੈ ਸੀਸ ਪਰ ਮਾਰੀ, ਸਾਰੀਆਂ ਰਾਣੀਆਂ ਦੇ ਸੀਸ ਤੇ ਮਾਰ ਕੇ ਇਹੀ ਬਚਨ ਨਿਕਲਦਾ ਇਹ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ। ਅਬਲਾ ਘਨੀ ਸੰਗਨੀ ਬੈਸੀ, ਸਾਰੀਆਂ ਰਾਣੀਆਂ ਬਹੁਤ ਸੰਘਣੀਆਂ ਇਕੱਠੀਆਂ ਹੋ ਕੇ ਬੈਠੀਆਂ ਸਨ। ਗਮਨਤ ਅਗਰ ਕਰਤ ਵਿਦ ਤੈਸੀ, ਤੇ ਮਹਾਰਾਜ ਅੱਗੇ ਅੱਗੇ ਤੁਰੇ ਜਾਂਦੇ, ਸਾਰੀਆਂ ਰਾਣੀਆਂ ਨੂੰ ਏਦਾਂ ਇਹ ਛੜੀ ਮਾਰ ਕੇ ਸਿਰ 'ਚ ਪੋਲੀ ਜੀ ਮਾਰਦੇ ਜਿਵੇਂ ਏਦਾਂ ਨਿਸ਼ਾਨਾ ਹੀ ਲਾਣਾ ਹੁੰਦਾ, ਕੋਈ ਸਿਰ ਤਾਂ ਨਹੀਂ ਸੀ ਪਾੜਨਾ ਉਹਨਾਂ ਦਾ, ਮਾੜਾ ਜਿਹਾ ਪੋਲੇ ਜੀ ਲਾ ਕੇ ਤੇ ਕਹਿ ਦਿੰਦੇ ਇਹ ਰਾਣੀ ਨਹੀਂ ਹੈ, ਇਹ ਪਟਰਾਣੀ ਨਹੀਂ ਹੈ। ਫੂਲ ਛਰੀ ਦਾਹਨ ਕਰ ਮਾਹੀ, ਸੱਜੇ ਹੱਥ ਵਿੱਚ ਛੜੀ ਫੁੱਲਾਂ ਦੀ ਫੜੀ ਹੋਈ ਹੈ। ਤ੍ਰਿਯ ਪਰ ਬਾਮ ਟਿਕਾਵਤ ਜਾਹੀ, ਔਰ ਉਹ ਰਾਣੀਆਂ ਨੂੰ ਇਸ ਤਰ੍ਹਾਂ ਮਹਾਰਾਜ ਪਰਖਦੇ ਹੋਏ ਅੱਗੇ ਜਾ ਰਹੇ ਨੇ। ਉਲੰਗ ਸਗਰ ਰਣ ਵਾਸੇ, ਸਾਰੇ ਰਣਵਾਸ ਨੂੰ, ਸਾਰੀਆਂ ਰਾਣੀਆਂ ਨੂੰ ਲੰਘ ਲੰਘ ਕੇ ਨਹਿ ਪਟਰਾਨੀ ਮੁਖੋਂ ਪ੍ਰਕਾਸ਼ੇ, ਪਰ ਇਹ ਬਚਨ ਕਰਦੇ ਨੇ ਪਟਰਾਣੀ ਨਹੀਂ, ਇਹ ਪਟਰਾਣੀ ਨਹੀਂ, ਇਹ ਬਚਨ ਮੁਖ ਤੋਂ ਪ੍ਰਕਾਸ਼ਦੇ ਨੇ ਸਤਿਗੁਰੂ ਜੀ। ਬਸਤਰ ਬੇ ਭੂਖਨ ਆਸਨ ਆਛੇ, ਔਰ ਸਾਰੀਆਂ ਰਾਣੀਆਂ ਨੇ ਕੱਪੜੇ ਵੀ ਵਧੀਆ ਵਧੀਆ ਪਾਏ ਹੋਏ ਨੇ, ਗਹਿਣੇ ਵੀ 9-9 ਲੱਖੇ ਹਾਰ ਪਹਿਨੇ ਹੋਏ ਨੇ, ਸਜ ਧੱਜ ਕੇ ਸੋਹਣੇ ਮਹਿੰਗੇ ਬਸਤਰਾਂ ਗਹਿਣਿਆਂ ਨਾਲ ਆਪਣੇ ਆਪਣੇ ਆਸਣਾਂ ਤੇ ਬੈਠੀਆਂ ਹੋਈਆਂ ਨੇ। ਕਹਿ ਇਮ ਤਿਆਗ ਚਲੇ ਤ੍ਰਿਯ ਪਾਛੇ, ਮਹਾਰਾਜ ਉਹਨਾਂ ਸਾਰੀਆਂ ਰਾਣੀਆਂ ਨੂੰ ਪਰਖਦੇ ਹੋਏ ਅੱਗੇ ਅੱਗੇ ਤੁਰੇ ਜਾਂਦੇ ਨੇ। ਬਿਸਮੈ ਜੈਪੁਰ ਨਾਥ ਬਡੇਰੇ, ਰਾਜਾ ਜੈ ਸਿੰਘ ਬੜਾ ਹੈਰਾਨ ਹੈ। ਪਾਛੇ ਚਲਿਓ ਜਾਤ ਗੁਰ ਹੇਰੇ, ਉਹ ਪਿੱਛੇ ਪਿੱਛੇ ਦੇਖ ਤੁਰੀ ਜਾਂਦਾ, ਮਹਾਰਾਜ ਅੱਗੇ ਅੱਗੇ ਤੁਰੀ ਜਾਂਦੇ ਨੇ, ਹੱਥ ਵਿੱਚ ਛੜੀ ਫੜੀ ਹੋਈ ਹੈ। ਸਭ ਅਵਲਾ ਮਨ ਮਾਨ ਅਚੰਭਾ, ਤੇ ਸਾਰੀਆਂ ਜਿਹੜੀਆਂ ਰਾਣੀਆਂ ਨੇ ਮਨ ਵਿੱਚ ਬੜਾ ਅਚੰਭਾ ਮੰਨ ਕੇ, ਬੜੀ ਹੈਰਾਨੀ ਮੰਨ ਕੇ ਵੀ ਸਤਿਗੁਰੂ ਜੀ ਪਰਖ ਰਹੇ ਨੇ ਤੇ ਜਾਣੀ ਜਾਣ ਸਾਰਿਆਂ ਦਾ ਹੀ ਭੇਤ ਖੋਲੀ ਜਾਂਦੇ ਵੀ ਇਹ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ। ਪ੍ਰਗਟ ਕਰਤ ਗੁਰ ਕੀਨ ਜੋ ਦੰਬਾ, ਜੋ ਰਾਜੇ ਜੈ ਸਿੰਘ ਦੀਆਂ ਰਾਣੀਆਂ ਨੇ ਦੰਭ ਕੀਤਾ ਹੈ, ਪਖੰਡ ਕੀਤਾ ਹੈ, ਗੁਰੂ ਨੂੰ ਪਰਖਣ ਦਾ ਇਹ ਸਾਂਗ ਰਚਿਆ ਹੈ, ਮਹਾਰਾਜ ਉਸ ਦਾ ਜ਼ਾਹਰ ਕਰ ਰਹੇ ਨੇ। ਉਹ ਦੰਭ ਜਿਹੜਾ ਕਰ ਰਹੇ ਸੀ ਨਾ ਰਾਜਾ ਜੈ ਸਿੰਘ ਤੇ ਉਹਦੀਆਂ ਰਾਣੀਆਂ ਔਰੰਗਜ਼ੇਬ ਦੇ ਆਖੇ ਲੱਗ ਕੇ, ਉਹ ਪ੍ਰਗਟ ਕਰ ਦਿੱਤਾ ਹੈ।
ਪ੍ਰਗਟ ਕਰਨ ਗੁਰ ਕੀਨ ਜਗਦੰਬਾ। ਜੋ ਮਹਾਰਾਜ ਦੇ ਨਾਲ ਦੰਭ ਕਰ ਰਹੇ ਸੀ ਉਹ ਮਹਾਰਾਜ ਪ੍ਰਗਟ ਕਰ ਰਹੇ ਨੇ। ਪਟ ਰਾਣੀ ਸਭ ਕੇ ਪਛਾਤੀ। ਜਿਹੜੀ ਰਾਣੀ ਵੱਡੀ ਸੀ ਉਹ ਸਾਰਿਆਂ ਦੇ ਪਿਛਲੇ ਪਾਸੇ ਬੈਠੀ ਹੋਈ ਹੈ। ਬੈਠੀ ਮਲਨ ਬੇਸ ਹਰ ਖਾਤੀ। ਉਹ ਸਾਦੇ ਜੇ ਖੱਦਰ ਦੇ ਮੋਟੇ ਜੇ ਮੈਲੇ ਜੇ ਕੱਪੜੇ ਪਾ ਕੇ, ਦਾਸੀਆਂ ਵਾਲੇ ਕੱਪੜੇ ਪਾ ਕੇ, ਸਾਦੀ ਜੀ ਚੁੰਨੀ ਲੈ ਕੇ ਇੱਕ ਕੋਨੇ ਵਿੱਚ ਰਾਣੀਆਂ ਦੇ ਪਿੱਛੇ ਜਿਵੇਂ ਨੌਕਰਾਣੀਆਂ ਬਹਿੰਦੀਆਂ ਨੇ, ਏਦਾਂ ਵਿਚਾਰੀ ਦਾਸੀ ਬਣ ਕੇ ਬੈਠੀ ਹੈ। ਪਉਨ ਕੌਣ ਮਹਿਮੂਨ ਮਹਾਨੀ। ਔਰ ਚੁੱਪ ਕਰਕੇ ਦੇਖ ਰਹੀ ਹੈ ਜੋ ਕੌਤਕ ਹੋ ਰਿਹਾ, ਤੇ ਮਨ ਵਿੱਚ ਅਰਦਾਸ ਕਰ ਰਹੀ ਹੈ ਵੀ ਜੇ ਅੰਤਰਜਾਮੀ ਹਨ, ਜਾਣੀ ਜਾਣ ਹਨ ਸਤਿਗੁਰੂ ਜੀ, ਤਾਂ ਮੇਰੀ ਗੋਦ ਵਿੱਚ ਆ ਕੇ ਬੈਠ ਜਾਣਗੇ। ਆਸਨਹੀਨ ਆਸ ਗੁਰ ਠਾਨੀ। ਗੁਰੂ ਸਾਹਿਬ ਉੱਤੇ ਆਸ ਲਾ ਕੇ ਆਸਣ ਤੋਂ ਬਿਨਾਂ ਬੈਠੀ, ਥੱਲੇ ਕੋਈ ਆਸਣ ਨਹੀਂ ਵਿਛਾਇਆ। ਚਲਤ ਚਲਤ ਤਿਸ ਨਿਕਟ ਪਹੁੰਚੇ। ਚਲਦੇ ਚਲਦੇ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਰਾਣੀ ਦੇ ਕੋਲ, ਪਟਰਾਣੀ ਦੇ ਕੋਲ ਪਹੁੰਚ ਗਏ ਨੇ। ਤਉ ਨਾ ਪਿਖਤ ਨੈਣ ਕਰ ਉੱਚੇ। ਪਰ ਉਹਨੇ ਅੱਖਾਂ ਨੀਵੀਆਂ ਹੀ ਰੱਖੀਆਂ ਨੇ। ਉਹ ਏਦਾਂ ਬੈਠੀ ਜਿਵੇਂ ਉਹਨੂੰ ਪਤਾ ਹੀ ਨਾ ਹੋਵੇ। ਅੰਦਰੋਂ ਤਾਂ ਅਰਦਾਸ ਕਰ ਰਹੀ ਹੈ ਪਰ ਨੇਤਰ ਨੀਵੇਂ ਕੀਤੇ ਆ, ਨੌਕਰਾਣੀਆਂ ਵਾਲਾ ਪੂਰਾ ਸਾਂਗ ਕਰ ਰਹੀ ਹੈ। ਉਤਲਾਵਤ ਗੁਰ ਤਹ ਚਲ ਗਏ। ਸਾਰੀਆਂ ਰਾਣੀਆਂ ਦੇ ਸਿਰ ਤੇ ਏਦਾਂ ਛੜੀ ਮਾਰਦੇ ਅੱਠਵੇਂ ਪਾਤਸ਼ਾਹ, ਇਹ ਰਾਣੀ ਨਹੀਂ, ਇਹ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ, ਇਹ ਵੀ ਨਹੀਂ, ਏਦਾਂ ਕਰਦੇ ਕਰਦੇ ਉਹਦੇ ਕੋਲ ਪਹੁੰਚ ਗਏ ਹਨ। ਦਾਰ ਸਮੀਪੀ ਦਾਰ ਮਹੀਪ ਸਮੀਪੀ ਭਏ। ਵੱਡੀ ਰਾਣੀ ਜਿਹੜੀ ਰਾਜੇ ਦੀ ਹੈ ਉਹਦੇ ਕੋਲ ਪਹੁੰਚ ਗਏ ਹਨ। ਖਰੇ ਹੋਏ ਕਹਿ ਸ੍ਰੀ ਮੁਖ ਬਾਣੀ। ਤੇ ਕੋਲ ਖੜ ਕੇ ਆਪਣੇ ਸ੍ਰੀ ਮੁਖ ਵਾਕ ਇਸ ਤਰ੍ਹਾਂ ਬੋਲੇ ਹਨ। ਸਭਨ ਸਰੋਮਣ ਤੂੰ ਪਟਰਾਨੀ। ਉਹਦੇ ਸਿਰ ਤੇ ਛੜੀ ਲਾਤੀ ਹੈ ਤੇ ਕਹਿੰਦੇ ਸਾਰਿਆਂ ਦੀ ਸ਼੍ਰੋਮਣੀ ਪਟਰਾਣੀ ਤੇ ਆ ਲੁਕ ਕੇ ਬੈਠੀ ਹੈ। ਸੁਨਤ ਸਰੋਨ ਔਰ ਭਈ ਪ੍ਰਮੋਦ। ਜਦੋਂ ਮਹਾਰਾਜ ਨੇ ਸਿਰ ਤੇ ਛੜੀ ਲਾ ਕੇ ਕਿਹਾ ਨਾ ਆ ਹੈ ਪਟਰਾਣੀ ਵੱਡੀ, ਤਾਂ ਉਹ ਰਾਣੀ ਸੁਣ ਕੇ ਬਾਗੋ ਬਾਗ ਹੋ ਗਈ, ਨਿਹਾਲ ਹੋ ਗਈ। ਗਹਿ ਪਦ ਪ੍ਰੇਮ ਬਿਠਾਰੇ ਗੋਦ। ਤੇ ਮਹਾਰਾਜ ਨੂੰ ਬੜੇ ਪ੍ਰੇਮ ਨਾਲ ਫੜ ਕੇ ਤੇ ਆਪਣੀ ਗੋਦ ਵਿੱਚ ਬਿਠਾ ਲਿਆ ਵੱਡੀ ਰਾਣੀ ਨੇ। ਬਿਸਮਤ ਹੋਏ ਅਜ਼ਮਤ ਵੱਡ ਜਾਨੀ। ਔਰ ਮਹਾਰਾਜ ਦੇ ਚਰਨ ਫੜ ਲਏ, ਬੜੀ ਬਿਸਮਾਦ ਵਿੱਚ ਆ ਗਈ। ਉਹਨੂੰ ਸਮਝ ਆ ਗਈ ਵੀ ਅੱਜ ਕੋਈ ਪੂਰਨ ਪੁਰਸ਼ ਦੇ ਦਰਸ਼ਨ ਹੋਏ, ਕੋਈ ਅਵਤਾਰੀ ਪੁਰਸ਼, ਕੋਈ ਮਹਾਂਪੁਰਸ਼, ਗੁਰੂ ਨਾਨਕ ਦੀ ਜੋਤ ਮੇਰੀ ਗੋਦ ਵਿੱਚ ਆ ਬਿਰਾਜੀ ਹੈ। ਸਤਿਗੁਰ ਧੰਨ ਬਖਾਨੀ ਬਾਨੀ। ਤੇ ਮੂੰਹ ਤੋਂ ਨਿਕਲਿਆ ਧੰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਸ੍ਰੀ ਮੁਖ ਕਹਿ ਤੂੰ ਊਤਮ ਤੀय। ਤੇ ਸਤਿਗੁਰੂ ਕਹਿਣ ਲੱਗੇ ਤੂੰ ਸਾਰਿਆਂ ਤੋਂ ਵੱਡੀ ਰਾਣੀ ਹੈ। ਇਹਾਂ ਬੈਠ ਬੇ ਉਚਿਤ ਨ ਥੀय। ਤੈਨੂੰ ਇੱਥੇ ਸਾਰੀਆਂ ਦੇ ਪਿੱਛੇ ਬਹਿਣਾ ਉਚਿਤ ਨਹੀਂ ਹੈ, ਕਿਉਂਕਿ ਹਰ ਬੰਦੇ ਦਾ ਜੋ ਰੁਤਬਾ ਹੁੰਦਾ ਹੈ ਉਹਦੇ ਮੁਤਾਬਕ ਉਸ ਨੂੰ ਬੈਠਣਾ ਚਾਹੀਦਾ ਹੈ। ਤੇਰਾ ਰੁਤਬਾ ਸਾਰੀਆਂ ਤੋਂ ਵੱਡਾ ਹੈ, ਬਾਕੀ ਤੇਰੇ ਤੋਂ ਛੋਟੀਆਂ ਰਾਣੀਆਂ ਉਹ ਤਾਂ ਵੱਡੀਆਂ ਬਣ ਕੇ ਬੈਠੀਆਂ ਹਨ, ਤੇ ਤੂੰ ਵੱਡੀ ਰਾਣੀ ਹੈ ਤੇ ਛੋਟੀ ਬਣ ਕੇ ਬੈਠੀ ਹੈ। ਸ਼ੁਭ ਆਸਨ ਸ਼ੁਭ ਬਸਤਰ ਵਿਭੂਖਨ। ਸੋਹਣੇ ਆਸਣ ਤੇ ਬੈਠ ਤੇ ਸੋਹਣੇ ਗਹਿਣੇ ਕੱਪੜੇ ਪਹਿਨ ਕੇ ਬੈਠ। ਧਰਬੇ ਜੋਗ ਸਦੀਵ ਦੁਖਨ। ਕਿਉਂਕਿ ਤੂੰ ਪਟਰਾਣੀ ਹੈ, ਮਹਾਰਾਣੀ ਹੈ, ਤੈਨੂੰ ਉਸੇ ਤਰ੍ਹਾਂ ਹੀ ਆਪਣਾ ਹਾਰ ਸ਼ਿੰਗਾਰ ਕਰਨਾ ਚਾਹੀਦਾ ਸੀ ਜਿੱਦਾਂ ਵੱਡੀਆਂ ਰਾਣੀਆਂ ਦਾ ਹੁੰਦਾ ਹੈ। ਤੇ ਤੂੰ ਦਾਸੀਆਂ ਵਾਲੇ ਗੋਲੀਆਂ ਵਾਲੇ ਕੱਪੜੇ ਪਾ ਕੇ ਬੈਠੀ ਹੈ। ਮਹਾਰਾਜ ਕੀ ਤੂੰ ਪਟਰਾਨੀ। ਤੂੰ ਮਹਾਰਾਜ ਜੈ ਸਿੰਘ ਦੀ ਪਟਰਾਣੀ ਹੈ। ਕਹਾਂ ਕਪਟ ਕਰਬੇ ਬਿਦ ਠਾਨੀ। ਤੂੰ ਕੀਏ ਕਪਟ ਭੇਸ ਬਣਾਇਆ ਹੈ, ਕੀ ਤੂੰ ਛਲ ਕਰ ਰਹੀ ਹੈ, ਕਿੱਦਾਂ ਦੇ ਕੱਪੜੇ ਪਾ ਕੇ ਬੈਠੀ ਹੈ। ਉਠ ਕਰ ਸ਼ੁਭ ਆਸਨ ਥਿਤ ਹੂਜੇ। ਮਹਾਰਾਜ ਰਾਣੀ ਨੂੰ ਕਹਿੰਦੇ ਉੱਠ ਕੇ ਆਪਣੇ ਆਸਣ ਤੇ ਬੈਠ ਪਹਿਲਾਂ। ਗੁਰ ਸੰਤਨ ਸੋ ਨਹਿ ਛਲ ਪੂਜੇ। ਤੇ ਨਾਲ ਹੀ ਕਹਿ ਦਿੱਤਾ ਗੁਰੂਆਂ ਤੇ ਸੰਤਾਂ ਨਾਲ ਛਲ ਨਹੀਂ ਪੁੱਜਿਆ ਕਰਦੇ। ਗੁਰੂਆਂ ਪੀਰਾਂ ਨਾਲ, ਮਹਾਂਪੁਰਸ਼ਾਂ ਨਾਲ ਚਲਾਕੀਆਂ ਹੁਸ਼ਿਆਰੀਆਂ ਨਹੀਂ ਚਲਦੀਆਂ। ਦੁਰਭਾਸ਼ਾ ਸਿਉ ਕਰਤ ਠਗੌਰੀ, ਜਾਦਵੇ ਫਲ ਪਾਏ। ਸੰਤਨ ਸੇਤੀ ਮਸ਼ਕਰੀ, ਇਹ ਡੂਬਣ ਕੇ ਕਾਮ। ਸੰਤਾਂ ਮਹਾਂਪੁਰਸ਼ਾਂ ਨਾਲ ਮਸ਼ਕਰੀ, ਸੰਤਾਂ ਮਹਾਂਪੁਰਸ਼ਾਂ ਦੀ ਪ੍ਰੀਖਿਆ ਕਦੀ ਨਹੀਂ ਲੈਣੀ ਚਾਹੀਦੀ। ਸੁਖਦ ਸੰਤਤੀ ਸੋ ਨਹਿ ਫਰੋ। ਕਹਿੰਦੇ ਤੂੰ ਸਾਡੇ ਨਾਲ ਛਲ ਕੀਤਾ ਹੈ,
ਆਉਣ ਵਾਲੀਆਂ ਔਲਾਦਾਂ ਨੂੰ ਸੁੱਖ ਨਹੀਂ ਮਿਲੇਗਾ। ਅਸ ਕਹਤਿਓ ਮੈਖੀ ਕਰ ਜੋਰੇ। ਜਦੋਂ ਇਹ ਬਚਨ ਨਾਲ ਹੀ ਕਰਤਾ ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਸ਼ਟ ਹੋਵੇਗਾ, ਰਾਣੀ ਦੇ ਤੇ ਪੈਰ ਜ਼ਮੀਨ ਥੱਲੇ ਖਿਸ ਗਈ, ਉਹ ਤਾਂ ਕੰਬ ਗਈ ਤੇ ਉਸੇ ਵੇਲੇ ਹੱਥ ਜੋੜ ਲਏ ਧਰੀ ਪੇਟ ਭੇਟ ਖੇਲਨ ਗਨ ਘੋਰੇ। ਤੇ ਫਟਾਫਟ ਨਾ ਕੰਬਦੇ ਹੋਏ ਹੱਥਾਂ ਨਾਲ ਉਹ ਜਿਹੜੀ ਟਰੇ ਸੀ ਨਾ, ਜਿਹਦੇ 'ਚ ਖਿਡੌਣੇ ਰੱਖੇ ਹੋਏ ਸਨ, ਸੋਨੇ ਦੇ ਚਾਂਦੀ ਦੇ ਖਿਡੌਣੇ, ਕੀਮਤੀ ਕੀਮਤੀ ਘੋੜੇ ਹਾਥੀ ਬਣਾਏ ਹੋਏ ਸਨ, ਵਧੀਆ ਵਧੀਆ ਖਿਡੌਣੇ ਸਨ, ਉਹ ਮਹਾਰਾਜ ਦੇ ਭੇਟਾ ਕਰ ਦਿੱਤੇ। ਤੁਮ ਨਿਤ ਰੁਚ ਕਰ ਇਨ ਸੋ ਖੇਲਤ। ਤੇ ਕਹਿੰਦੀ ਹੈ ਸੱਚੇ ਪਾਤਸ਼ਾਹ ਤੁਸੀਂ ਬੜੇ ਪ੍ਰੇਮ ਨਾਲ ਖੇਡੋਗੇ, ਆ ਖੇਡਾਂ ਤੁਹਾਡੇ ਵਾਸਤੇ ਲਿਆਂਦੀਆਂ ਹਨ। ਚਾਰ ਵਿਭੂਖਨ ਹਿਤ ਕਰ ਮੇਲਤ। ਬਹੁਤ ਸੋਹਣੇ ਗਹਿਣੇ ਵੀ ਭੇਟਾ ਕੀਤੇ, ਮਾਇਆ ਵੀ ਬਹੁਤ ਕੁਝ ਲਿਆ ਲਿਆ ਕੇ ਰਾਜੇ ਦੀਆਂ ਰਾਣੀਆਂ ਹੁਣ ਰੱਖਣ ਲੱਗ ਪਈਆਂ ਚਰਨਾਂ ਵਿੱਚ। ਪੰਕਤ ਕਰੋ ਖਰੀ ਇੱਕ ਸਾਰ। ਉਸ ਵੇਲੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਚਰਨਾਂ 'ਚ ਸਾਰੀਆਂ ਰਾਣੀਆਂ ਖੜੀਆਂ ਗਈਆਂ, ਪੰਗਤਾਂ ਲੱਗ ਗਈਆਂ ਕਿ ਸਾਰੀਆਂ ਏਦਾਂ ਕੰਬਣ ਲੱਗ ਪਿਆ ਰਾਜਾ ਵੀ। ਰਾਜਾ ਜੈ ਸਿੰਘ ਨੂੰ ਵੀ ਕੰਬਣੀ ਛਿੜ ਗਈ ਵੀ ਇਹ ਕੀ ਬਚਨ ਕਰਤਾ ਕਿ ਤੁਹਾਡੀ ਔਲਾਦ ਨੂੰ ਹੁਣ ਸੁੱਖ ਨਹੀਂ ਮਿਲਣਾ। ਹਾਂਜੀ, ਪਰਚਤ ਰਹੋ ਹੇਰਤ ਬਹੁ ਬਾਰ। ਮਹਾਰਾਜ ਆਪ ਜੀ ਨਾਲ ਖਿਡੌਣਿਆਂ ਨਾਲ ਖੇਡਿਆ ਜੇ, ਹੁਣ ਛਿੱਥੇ ਵੀ ਪੈ ਗਏ, ਰਾਜਾ ਵੀ ਤੇ ਉਹਦੀਆਂ ਰਾਣੀਆਂ ਵੀ, ਤੇ ਬਾਰ-ਬਾਰ ਬੇਨਤੀਆਂ, ਆਪਣੇ ਖਿਡੌਣਿਆਂ ਵੱਲ ਵੀ ਮਹਾਰਾਜ ਦਾ ਧਿਆਨ ਲਾ ਦਈਏ। ਇਹ ਤਾਂ ਪਤਾ ਨਹੀਂ ਵੀ ਇਹ ਤੇ ਪਰਮੇਸ਼ਰ ਸਾਰੀ ਦੁਨੀਆ ਨੂੰ ਖਿਡਾ ਰਹੇ ਨੇ। ਉਹ ਅਵਸਥਾ ਜਿਹੜੀ ਅੰਦਰਲੀ ਹੈ ਨਾ, ਉਹ ਤਾਂ ਸਾਧ ਸੰਗਤ ਜੀ ਸਮਾਂ ਪਾ ਕੇ ਹੀ ਬਣਦੀ ਹੈ, ਸ਼ਰਧਾ ਭਾਵਨਾ ਵਾਲੀ। ਸ਼ਰਧਾ ਤਾਂ ਸੀ ਪਰ ਦੁਨਿਆਵੀ ਬੰਦੇ ਸਨ, ਦੁਨਿਆਵੀ ਬੰਦਿਆਂ ਨੂੰ ਮਹਾਂਪੁਰਸ਼ਾਂ ਦੀਆਂ ਰਮਜਾਂ ਦਾ ਪਤਾ ਨਹੀਂ ਲੱਗਦਾ। ਸੋ ਹੁਣ ਬਾਰ-ਬਾਰ ਰਾਣੀ ਖਿਡੌਣਿਆਂ ਦੀ ਗੱਲ ਕਰਦੀ ਹੈ। ਮੈਂ ਸੁਣ ਕੇ ਇਸ ਰੀਤ ਸੁਭਾਵ। ਮਹਾਰਾਜ ਮੈਨੂੰ ਪਤਾ ਲੱਗਾ ਸੀ ਕਿ ਆਪ ਬੜੇ ਖਿਡੌਣਿਆਂ ਨਾਲ ਖੇਡਦੇ ਹੋ, ਇਹ ਸੁਭਾਅ ਤੁਹਾਡਾ ਜਾਣ ਕੇ ਖਿਡੌਣੇ ਤੁਹਾਡੇ ਲਈ ਤਿਆਰ ਕਰਵਾਏ ਹਨ। ਹੇਤ ਆਪ ਕੇ ਇਹ ਕਰਵਾਵ। ਇਹ ਆਪ ਜੀ ਦੇ ਵਾਸਤੇ ਖਿਡੌਣੇ ਤਿਆਰ ਕਰਵਾਏ ਨੇ, ਸੋਨੇ ਦੇ ਨੇ 5 ਗੁਰੂ ਜੀ, ਔਰ ਇਹ 5 ਚਾਂਦੀ ਦੇ ਨੇ, 5 ਮਿੱਟੀ ਦੇ ਨੇ। ਸੋ ਪ੍ਰਸੰਨ ਹੋਏ ਕਰੁਣਾ ਕਰੀਐ। ਹੁਣ ਸਾਡੇ ਤੇ ਕਿਰਪਾ ਕਰ ਦਿਓ, ਪ੍ਰਸੰਨ ਹੋ ਕੇ ਕੋਈ ਵਰ ਦਿਓ ਮਹਾਰਾਜ ਜੀ। ਸੁਖਦਾਈ ਮੁਖ ਬਾਕੀ ਉਚਰੀਐ। ਕੋਈ ਸੁੱਖ ਦਾ ਬਚਨ ਕਰੋ ਮਹਾਰਾਜ, ਇਹ ਬਖਸ਼ਿਸ਼ ਕਰੋ। ਹੁਣ ਰਾਣੀ ਡਰ ਗਈ ਸੀ ਨਾ, ਇਸ ਕਰਕੇ ਕਹਿ ਰਹੀ ਹੈ ਵੀ ਕਿਰਪਾ ਕਰ ਦੇਣ, ਵਰ ਵੀ ਦੇ ਦੇਣ ਕੋਈ। ਸੁਨ ਮੈਂ ਖੀ ਤੇ ਗੁਰੂ ਨਾ ਬੋਲੇ। ਪਰ ਗੁਰੂ ਸਾਹਿਬ ਰਾਣੀ ਦੀਆਂ ਗੱਲਾਂ ਸੁਣ ਕੇ ਬੋਲੇ ਨਹੀਂ, ਬਿਲਕੁਲ ਚੁੱਪ ਕਰ ਗਏ। ਜੈਪੁਰ ਨਾਥ ਤਬੈ ਉਰ ਹੋਲੇ। ਜਦੋਂ ਮਹਾਰਾਜ ਕਿੰਨੀਆਂ ਗੱਲਾਂ ਸੁਣ ਕੇ ਵੀ ਨਹੀਂ ਬੋਲੇ, ਰਾਣੀ ਤਰਲੇ ਕਰਦੀ ਰਹੀ, ਆ ਲਓ ਮਹਾਰਾਜ ਖਿਡੌਣੇ, ਆ ਲਓ ਮਹਾਰਾਜ ਖਿਡੌਣੇ, ਤੇ ਮਹਾਰਾਜ ਵੇਖਦੇ ਵੀ ਨਹੀਂ ਖਿਡੌਣਿਆਂ ਵੱਲ। ਤੇ ਰਾਜਾ ਜੈ ਸਿੰਘ ਦਾ ਦਿਲ ਹੌਲ ਪੈ ਗਿਆ, ਫਿਰ ਘਬਰਾ ਗਿਆ ਰਾਜਾ ਵੀ ਇਹ ਤਾਂ ਕੰਮ ਖਰਾਬ ਹੋ ਗਿਆ ਹੈ। ਕਿਤੇ ਤੇ ਅਸੀਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਣੀਆਂ ਸੀ, ਵਰ ਲੈਣੇ ਸੀ, ਤੇ ਕਿਤੇ ਮਹਾਰਾਜ ਦੀ ਨਾਰਾਜ਼ਗੀ ਲੈ ਬੈਠੇ ਹਾਂ। ਸਹਿਜ ਸੁਭਾਇਕ ਜਿਮ ਇਹ ਕਹੈ। ਉਹਨੂੰ ਇਹ ਪਤਾ ਸੀ ਵੀ ਸਹਿਜ ਸੁਭਾਅ ਇਹਨਾਂ ਦੀ ਰਸਨਾ ਤੋਂ ਜੋ ਬੋਲ ਨਿਕਲ ਜਾਂਦਾ ਹੈ, ਸੋ ਸਭ ਹੋਏ ਨਿਫਲ ਨਹਿ ਰਹੈ। ਉਹਦਾ ਹੋ ਕੇ ਰਹਿੰਦਾ ਹੈ, ਉਹ ਨਿਸਫਲ ਨਹੀਂ ਹੁੰਦਾ। ਜੋ ਦੋ ਬਚਨ ਬੋਲ ਦਿੰਦੇ ਨੇ, ਇਹਾਂ ਉਹਾਂ ਸੱਚ ਹੋਵੇ, ਉਹ ਇੱਥੇ ਉੱਥੇ ਸੱਚ ਹੋ ਜਾਂਦਾ ਹੈ। ਸਹਿ ਸੁਭਾਇਕ ਸੰਤਤ ਸੁਖਦ ਨਾ ਹੋਏ ਤਿਹਾਰੇ। ਇਹ ਜਿਹੜਾ ਬਚਨ ਕਰਤਾ ਹੈ ਵੀ ਤੁਹਾਡੀ ਔਲਾਦ ਨੂੰ ਸੁੱਖ ਨਹੀਂ ਮਿਲਣਾ, ਕੁਛਕ ਕੋਪ ਤੇ ਕੀਨੇ ਉਚਾਰੇ। ਇਹ ਬਚਨ ਤੇ ਨਾਰਾਜ਼ਗੀ ਦਾ ਹੈ। ਇਹ ਤਾਂ ਮਹਾਰਾਜ ਨੇ ਗੁੱਸੇ ਨਾਲ ਕਿਹਾ ਹੈ। ਬਿਨੈ ਭਨੋ ਅਬ ਬਖਸ਼ੈ ਮੋਹੀ। ਰਾਜਾ ਸੋਚਦਾ ਵੀ ਹੁਣ ਬੇਨਤੀ ਕਰਕੇ ਬਖਸ਼ਾ ਲਈਏ, ਮੌਕਾ ਹੈ। ਜਿਸ ਤੇ ਡਰਤ ਭਈ ਗਤ ਉਹੀ। ਜਿਹੜੀ ਗੱਲ ਤੋਂ ਡਰਦੇ ਸੀ ਉਹੀ ਹੋ ਗਈ। ਰਾਜਾ ਡਰਦਾ ਸੀ ਵੀ ਗੁਰੂਆਂ ਦੀ ਪ੍ਰੀਖਿਆ ਲੈਣ ਵੇਲੇ ਕਈ ਵਾਰੀ ਇਦਾਂ ਦਾ ਕੰਮ ਹੋ ਜਾਂਦਾ, ਅਕਸਰ ਹੋ ਜਾਂਦਾ। ਇਸ ਕਰਕੇ ਕਦੀ ਵੀ ਕਿਸੇ ਗੁਰੂ ਪੀਰ ਸੰਤ ਮਹਾਂਪੁਰਸ਼ ਭਗਤ ਦੀ ਪ੍ਰੀਖਿਆ ਨਹੀਂ ਲੈਣੀ ਚਾਹੀਦੀ। ਹਾਂਜੀ, ਹੱਥ ਜੋੜ ਭੂਪਤ ਕਹਿ ਤਬੈ। ਰਾਜਾ ਹੱਥ ਜੋੜ ਕੇ ਬੋਲਿਆ, ਗੁਰੂ ਜੀ ਬੈਠੋ ਚੌਂਕੀ ਅਬੈ। ਤੇ ਕਹਿਣ ਲੱਗਾ ਮਹਾਰਾਜ ਇਹ ਚੌਂਕੀ ਤੇ ਬੈਠੋ, ਕਿਰਪਾ ਕਰੋ। ਹਮ ਮਤ ਮੰਦ ਸਕੈ ਨਹਿ ਜਾਨ। ਅਸੀਂ ਮਾੜੀ ਮੱਤ ਵਾਲੇ ਆ, ਥੋੜੀ ਬੁੱਧੀ ਵਾਲੇ ਆ ਮਹਾਰਾਜ, ਸਾਨੂੰ ਅਕਲ ਘੱਟ ਹੈ।
ਅਸੀਂ ਮਹਾਂਪੁਰਸ਼ਾਂ ਦੀ, ਸੰਤਾਂ ਦੀ, ਗੁਰੂਆਂ ਦੀ ਮਹਿਮਾ ਨਹੀਂ ਜਾਣ ਸਕਦੇ। ਰਾਵਰ ਮਹਿਮਾ ਮਹਾ ਮਹਾਨ। ਆਪ ਜੀ ਦੀ ਮਹਿਮਾ ਵੱਡੀ ਮਹਾਨ ਹੈ ਤੇ ਸਾਡੀ ਬੁੱਧੀ ਬੜੀ ਅਣਜਾਣ ਹੈ। ਭੂਲ ਪਰੀ ਕੋ ਬਖਸ਼ਨ ਹਾਰੇ। ਮਹਾਰਾਜ ਸਾਡੀਆਂ ਭੁੱਲਾਂ ਬਖਸ਼ੋ। ਭੁੱਲ ਹੋ ਗਈ ਹੈ ਬੜੀ ਵੱਡੀ ਤੇ ਤੁਸੀਂ ਬਖਸ਼ਣ ਵਾਲੇ ਹੋ। ਬਖਸ਼ ਦਿਓ, ਬਖਸ਼ ਦਿਓ, ਬਖਸ਼ ਦਿਓ। ਹਮਸੇ ਪਤਤਨ ਕਰੋ ਉਧਾਰੇ। ਸਾਡੇ ਵਰਗੇ ਪਤਿਤ ਨੀਚ ਪਾਪੀ ਬੰਦਿਆਂ ਦਾ ਉਧਾਰ ਕਰਨ ਵਾਲੇ ਹੋ। ਸਤਿਗੁਰੂ ਜੀ ਪਤਿਤ ਪਾਵਨ ਮਾਧੋ ਬਿਰਦ ਤੇਰਾ। ਧਨ ਤੇ ਵੈ ਮਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ। ਮੇਰੇ ਮਾਥੇ ਲਾਗੀ ਲੈ ਤੂਰ ਗੋਬਿੰਦ ਚਰਨਨ ਕੀ। ਸੁਰ ਨਰ ਮਨ ਜਨ ਤਿਨਹੂ ਤੇ ਦੂਰ। ਦੀਨ ਕਾ ਦਇਆਲ ਮਾਧੋ ਗਰਭ ਪ੍ਰਹਾਰੀ। ਚਰਨ ਸ਼ਰਨ ਨਾਮਾ ਬਲ ਤਿਹਾਰੀ। ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਤੇ ਆਪ ਜੀ ਦੇ ਚਰਨਾਂ ਦੀ ਸ਼ਰਨ ਆ। ਸਾਡੇ ਗੁਨਾਹ, ਸਾਡੀਆਂ ਭੁੱਲਾਂ, ਸਾਡੇ ਬੱਜਰ ਪਾਪ ਬਖਸ਼ ਦਿਓ। ਆਸ ਕਹਿ ਨਿਰਪਤ ਉਛਾਂਗੇ ਉਚਾਏ। ਨਾਲੇ ਰਾਜਾ ਇਹ ਬੇਨਤੀ ਕਰ ਰਿਹਾ ਸੀ ਤੇ ਨਾਲੇ ਮਹਾਰਾਜ ਨੂੰ ਗੋਦੀ ਚੁੱਕ ਲਿਆ ਰਾਜੇ ਨੇ। ਚੰਦਨ ਚੌਂਕੀ ਪਰ ਬੈਠਾਏ। ਤੇ ਗੋਦੀ ਚੁੱਕ ਕੇ ਤੇ ਆਪ ਆਪਣੇ ਹੱਥੀਂ ਸਤਿਗੁਰੂ ਜੀ ਨੂੰ ਚੰਦਨ ਦੀ ਬੜੀ ਸੁੰਦਰ ਸਜਾਈ ਹੋਈ ਚੌਂਕੀ ਜਿੱਤੇ ਬਹੁਤ ਕੀਮਤੀ ਹੀਰੇ ਮੋਤੀਆਂ ਜੜਿਆ ਚੰਦੋਆ ਲੱਗਾ ਸੀ, ਉਸ ਚੌਂਕੀ ਤੇ ਬਿਠਾ ਦਿੱਤਾ। ਸਭ ਰਣਵਾਸ ਆਏ ਤਹ ਖਰਿਓ। ਤੇ ਬਾਕੀ ਸਾਰਾ ਰਣਵਾਸ, ਸਾਰੀਆਂ ਰਾਣੀਆਂ ਉੱਥੇ ਆ ਗਈਆਂ। ਪੀ ਉਦ ਬਿਗਨ ਹੇਰ ਨਿਰਪ ਡਰਿਓ। ਉਹ ਏਦਾਂ ਹੱਥ ਜੋੜ ਕੇ ਆਲੇ ਦੁਆਲੇ ਖਲੋ ਗਈਆਂ। ਰਾਜਾ ਵੀ ਡਰਿਆ ਤੇ ਉਹਦੀਆਂ ਰਾਣੀਆਂ ਵੀ ਕੰਬਣ ਲੱਗ ਪਈਆਂ ਬਈ ਅਸੀਂ ਤਾਂ ਵਰ ਲੈਣ ਦੀ ਥਾਂ ਤੇ ਸ਼ਰਾਪ ਲੈ ਬੈਠੀਆਂ ਸਾਰੀਆਂ ਹੀ। ਸਭ ਕਰ ਜੋਰ ਅਗਾਰੀ ਖਰੀ। ਸਾਰੀਆਂ ਹੱਥ ਜੋੜ ਕੇ ਖੜੀਆਂ ਨੇ ਤੇ ਰੰਗ ਚਿਹਰੇ ਦਾ ਰਾਣੀਆਂ ਦਾ ਉੱਡ ਗਿਆ ਹੈ। ਭਾਂਤ ਭਾਂਤ ਬਿਨਤੀ ਮੁਖ ਰਰੀ। ਤੇ ਭਾਂਤ ਭਾਂਤ ਬੇਨਤੀਆਂ ਕਰਦਾ ਹੈ ਰਾਜਾ ਜੈ ਸਿੰਘ, ਗੁਰੂ ਜੀ ਸਾਨੂੰ ਬਖਸ਼ ਲਓ। ਹਮ ਸੇਵਕ ਸਭ ਕੇ ਤੁਮ ਸੁਆਮੀ। ਏ ਮਹਾਰਾਜ ਅਸੀਂ ਸੇਵਕ ਹਾਂ, ਤੁਸੀਂ ਸਾਡੇ ਗੁਰੂ ਪੀਰ ਮਾਲਕ ਸੁਆਮੀ ਹੋ। ਕਿਰਪਾ ਸਿੰਧ ਸਭ ਅੰਤਰ ਜਾਮੀ। ਆਪ ਕਿਰਪਾ ਦੇ ਸਮੁੰਦਰ ਹੋ ਤੇ ਦਿਲਾਂ ਦੀ ਜਾਣਨ ਵਾਲੇ ਅੰਤਰ ਜਾਮੀ ਹੋ। ਮਹਿਮਾ ਲਖੀ ਨ ਜਾਏ ਤੁਮਾਰੀ। ਮਹਾਰਾਜ ਤੁਹਾਡੀ ਮਹਿਮਾ ਨਹੀਂ ਲਖੀ ਜਾ ਸਕਦੀ। ਕੋਈ ਵੀ ਸੰਸਾਰੀ ਜੀਵ ਆਪ ਜੀ ਦੀ ਮਹਿਮਾ ਨਹੀਂ ਜਾਣ ਸਕਦਾ। ਪ੍ਰਭ ਕੀ ਗਤ ਨ ਕੋ ਜਾਣੈ। ਜੋਗੀ ਜਤੀ ਤਪੀ ਪਚ ਹਾਰੇ। ਅਰਬੋ ਲੋਗ ਸਿਆਣੇ। ਬੜੇ ਬੜੇ ਸਿਆਣੇ ਵਿਦਵਾਨ ਗਿਆਨੀ ਫਿਲਾਸਫਰ ਟੱਕਰਾਂ ਮਾਰੀ ਜਾਣ, ਪਰਮੇਸ਼ਰ ਦਾ ਅੰਤ ਥੋੜਾ ਪਾ ਸਕਦੇ ਹੈ। ਮਹਾਰਾਜ ਆਪ ਪਰਮੇਸ਼ਰ ਅਵਤਾਰ ਹੋ। ਅਸੀਂ ਕਲਯੁਗੀ ਜੀਵ ਤੁੱਛ ਬੁੱਧੀ ਵਾਲੇ ਹਾਂ। ਅਸੀਂ ਮਹਾਰਾਜ ਭੁੱਲ ਕਰ ਬੈਠੇ ਹਾਂ, ਸਾਡੀਆਂ ਭੁੱਲਾਂ ਮਾਫ ਕਰ ਦਿਓ। ਧਰਿਓ ਦੇਹ ਗੁਰ ਪਰ ਉਪਕਾਰੀ। ਆਪ ਜੀ ਨੇ ਪਰਉਪਕਾਰ ਵਾਸਤੇ ਦੇਹ ਧਾਰਨ ਕੀਤੀ ਹੈ, ਸਾਡੇ ਤੇ ਕਿਰਪਾ ਕਰੋ। ਇਸ ਤਰ੍ਹਾਂ ਰਾਜਾ ਜੈ ਸਿੰਘ ਹੁਣ ਤਰਲੇ ਕੱਢੀ ਜਾਂਦਾ ਹੈ। ਉਹਦੀ ਵੱਡੀ ਰਾਣੀ, ਛੋਟੀਆਂ ਰਾਣੀਆਂ ਹੱਥ ਜੋੜ ਕੇ ਖੜੀਆਂ, ਸਭ ਕੰਬੀ ਜਾਂਦੀਆਂ ਵੀ ਅਸੀਂ ਮਹਾਰਾਜ ਨੂੰ ਨਾਰਾਜ਼ ਕਰ ਲਿਆ ਹੈ। ਸਤਿਗੁਰੂ ਜੀ ਦੇ ਅੱਗੇ ਵਧੀਆ ਵਧੀਆ ਖਾਣੇ ਰੱਖਣਗੇ, ਮਹਾਰਾਜ ਨਹੀਂ ਛਕਣਗੇ। ਫਿਰ ਰਾਜਾ ਮਿੰਨਤਾਂ ਤਰਲੇ ਕਰੇਗਾ ਤੇ ਮਹਾਰਾਜ ਬਚਨ ਅਜੇ ਹੋਰ ਵੀ ਕਰਨੇ ਆ। ਕਹਿੰਦੇ ਤੁਹਾਡੇ ਰਾਜ ਵਿੱਚ ਰਾਣੀ ਦੀ ਚੱਲੇਗੀ, ਇਹ ਵੀ ਬਚਨ ਹੋਵੇਗਾ। ਫਿਰ ਰਾਜਾ ਮਹਾਰਾਜ ਕੋਲੋਂ ਅੰਮ੍ਰਿਤ ਦੀ ਦਾਤ ਮੰਗੇਗਾ। ਸਤਿਗੁਰੂ ਜੀ ਉਸ ਨੂੰ ਅੰਮ੍ਰਿਤ ਛਕਾ ਕੇ ਸਿੱਖੀ ਵਿੱਚ ਲੈ ਕੇ ਆਉਣਗੇ। ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਖਸ਼ਿਸ਼ਾਂ ਵੀ ਕਰ ਦੇਣਗੇ। ਪੋਥੀ ਆਪਣੀ ਨਿਤਨੇਮ ਦੀ ਰਾਜੇ ਨੂੰ ਦਿੱਤੀ ਸੀ। ਉਹ ਪੋਥੀ ਅਜੇ ਤੱਕ ਕਹਿੰਦੇ ਜੈਪੁਰ ਦੇ ਰਾਜ ਵਿੱਚ ਹੈ। ਜਦੋਂ ਵੱਡਾ ਘੱਲੂਘਾਰਾ ਹੋਇਆ ਸੀ, ਅਹਿਮਦ ਸ਼ਾਹ ਅਬਦਾਲੀ ਦੇ ਨਾਲ ਖਾਲਸੇ ਨੇ ਜੰਗ ਲੜਿਆ ਸੀ 1762 ਦੇ ਵਿੱਚ। ਉਦੋਂ ਬੁੱਢਾ ਦਲ ਖਾਲਸਾ ਪੰਥ ਸਾਰਾ ਹੀ ਇਹ ਸਾਧ ਸੰਗਤ ਜੀ ਰਾਜਸਥਾਨ ਵੱਲ ਚਲਾ ਗਿਆ ਸੀਗਾ। ਤੇ ਬੁੱਢੇ ਦਲ ਦੀ ਫੌਜ ਵੇਖ ਕੇ ਜੱਸਾ ਸਿੰਘ ਬਾਬਾ ਜੀ ਆਹਲੂਵਾਲੀਏ ਮਹਾਂਪੁਰਸ਼ਾਂ ਨੂੰ ਰਜੈ ਸਿੰਘ ਦਾ ਰਾਜਾ ਅੱਗੋਂ ਦੀ ਮਿਲਣ ਆਇਆ ਸੀ ਤੇ ਉਹ ਪੋਥੀ ਦੇ ਦਰਸ਼ਨ ਕਰਾਏ ਸੀ ਵੀ ਖਾਲਸਾ ਜੀ ਸਾਡੇ ਤੇ ਕਿਰਪਾ ਰੱਖਿਆ ਜੇ। ਤੇ ਸਿੰਘਾਂ ਨੇ ਫਿਰ ਉਹਨੂੰ ਬਖਸ਼ ਦਿੱਤਾ ਸੀ। ਉਹਨੇ ਆਪ ਹੀ ਸਿੰਘਾਂ ਨੂੰ ਰਸਤਾਂ ਬਸਤਾਂ ਹਾਜ਼ਰ ਕਰਤੀਆਂ ਸੀ। ਇਹ ਸਾਡਾ ਇਤਿਹਾਸ, ਪੰਥ ਪ੍ਰਕਾਸ਼ ਔਰ ਤਵਾਰੀਖ ਗੁਰੂ ਖਾਲਸੇ 'ਚ ਸਾਰੇ ਬਚਨ ਮਿਲਦੇ ਹਨ। ਸੋ ਇਤਨੇ ਬਚਨ ਪ੍ਰਵਾਨ ਕਰਨੇ। ਹੇ ਗੋਬਿੰਦ, ਹੇ ਗੋਪਾਲ,